You are listening to the online streaming service from Emmanuel Church, Handsworth, Birmingham, UK. There was an air pilot who was flying over a lake. ਇੱਕ ਜਹਾਜ਼ ਚਲਾਉਣ ਵਾਲਾ ਜਹਾਜ਼ ਚਲਾ ਰਿਹਾ ਸੀਗਾ ਇੱਕ ਨਦੀ ਦੇ ਉੱਤੋਂ ਦੀ And he said to his co-pilot, when I was young, I used to fish in that lake. In a boat, I used to sit and I used to fish. ਉਹਨੇ ਆਪਣੇ ਨਾਲ ਦੇ ਸਾਥੀ ਨੂੰ ਕਿਹਾ ਜਿਹੜਾ ਦੂਸਰਾ ਪਾਇਲਟ ਸੀਗਾ ਉਹਨੂੰ ਕਿਹਾ ਕਿ ਜਿਸ ਵੇਲੇ ਮੈਂ ਜਵਾਨ ਹੁੰਦਾ ਸੀ ਆ ਜਿਹੜਾ ਪਾਣੀ ਹੈਗਾ ਥੱਲੇ ਜਿਹੜਾ ਦਰਿਆ ਹੈਗਾ ਇੱਥੇ ਆ ਕੇ ਮੈਂ ਮੱਛੀਆਂ ਫੜਦਾ ਹੁੰਦਾ ਸੀ ਆਪਣੀ every time I used to look up and I used to see an aeroplane. I wish I was flying the plane. I was a pilot. ਤੇ ਜਿਸ ਵੇਲੇ ਮੈਂ ਮੱਛੀਆਂ ਫੜਦਾ ਸੀਗਾ ਤਾਂ ਉਹਨੂੰ ਦੇਖਦਾ ਸੀਗਾ ਜਿਸ ਵੇਲੇ ਜਹਾਜ਼ ਉੱਥੋਂ ਦੀ ਰੁੜ ਕੇ ਜਾਂਦਾ ਸੀ ਤੇ ਮੈਂ ਇਹ ਸੋਚਦਾ ਸੀਗਾ ਕਿ ਖਾਸ ਕਿ ਮੈਂ ਜਹਾਜ਼ ਚਲਾ ਸਕਾਂ He said, now that I'm a pilot, ਤੇ ਹੁਣ ਮੈਂ ਪਾਇਲਟ ਬਣ ਗਿਆ ਹਾਂ when I look down at the lake, ਜਿਸ ਵੇਲੇ ਹੁਣ ਪਾਣੀ ਵੱਲ ਦੇਖਦਾ ਹਾਂ I wish I was fishing again. ਤੇ ਹੁਣ ਮੈਂ ਸੋਚਦਾ ਕਿ ਮੈਂ ਮੱਛੀਆਂ ਫੜਦਾ ਹੁੰਦਾ One of the biggest diseases of our generation is being discontent with life. ਅੱਜ ਕੱਲ੍ਹ ਦੇ ਸਮੇਂ ਦੇ ਵਿੱਚ ਜੀਵਨ ਦੇ ਵਿੱਚ ਇਹ ਆ ਕਿ ਜਿਸ ਵੇਲੇ ਅਸੀਂ ਆਪਣੇ ਆਪ ਦੇ ਵਿੱਚ ਤ੍ਰਿਪਤ ਨਹੀਂ ਹੁੰਦੇ ਹੈਗੇ ਹਰ ਵੇਲੇ ਅਸੀਂ ਕੁਛ ਨਾ ਕੁਛ ਮੰਗਦੇ ਹੀ ਰਹਿੰਦੇ ਦਿਲ ਦੇ ਵਿੱਚ We chase after things that we think will make us happy and content. ਤੇ ਅਸੀਂ ਸੋਚਦੇ ਹੈਗੇ ਆ ਅਸੀਂ ਉਹਨਾਂ ਚੀਜ਼ਾਂ ਦੀ ਲੋਚਨਾ ਕਰਦੇ ਹੈਗੇ ਆ ਕਿ ਜਿਹਦੇ ਦੁਆਰਾ ਅਸੀਂ ਸੋਚਦੇ ਆ ਕਿ ਸਾਡੇ ਅੰਦਰ ਅਮਨ ਚੈਨ ਆ ਜਾਊ ਜਾਂ ਕਿ ਸ਼ਾਂਤੀ ਹੋ ਜਾਊ ਜਾਂ ਕਿ ਤ੍ਰਿਪਤ ਹੋ ਜਾਵਾਂਗੇ And once we get it, ਜਿਸ ਵੇਲੇ ਸਾਨੂੰ ਮਿਲ ਜਾਂਦਾ after the initial burst of excitement, ਜਿਸ ਵੇਲੇ ਉਹ ਸਾਨੂੰ ਮਿਲਦਾ ਤਾਂ ਅਸੀਂ ਬਹੁਤ ਖੁਸ਼ ਹੁੰਦੇ ਹਾਂ we become discontent again. ਫਿਰ ਅਸੀਂ ਫੇਰ ਨਿਰਾਸ਼ ਹੋ ਜਾਂਦੇ ਹਾਂ ਕਿ ਸਾਨੂੰ ਉਹ ਵੀ ਚਾਹੀਦਾ A survey showed that 70% of all people are discontent with life. ਜੀਵਨ ਦੇ ਵਿੱਚ 100 ਦੇ ਵਿੱਚੋਂ 75 ਲੋਕੀ ਜਿਹੜੇ ਸਾਰੀ ਦੁਨੀਆ 'ਚ ਹੈਗੇ ਆ ਉਹ ਇਹ ਮਹਿਸੂਸ ਕਰਦੇ ਆ ਕਿ ਸਾਨੂੰ ਕੁਛ ਨਾ ਕੁਛ ਚਾਹੀਦਾ ਦਿਲ ਦੀ ਉਹਨਾਂ ਦੀ ਮੰਗ ਹੈ This is how it works. ਇਸ ਤਰ੍ਹਾਂ ਚੱਲਦਾ When they are aged between 4 and 18, ਜਿਸ ਵੇਲੇ 4 ਤੋਂ 18 ਸਾਲ ਦੀ ਉਮਰ ਦੇ ਵਿੱਚ ਹੁੰਦੇ ਹੈ they say, I'll be happy when I leave school. ਉਹ ਕਹਿੰਦੇ ਆ ਕਿ ਮੈਂ ਖੁਸ਼ ਹੋਵਾਂਗਾ ਜਿਸ ਵੇਲੇ ਮੈਂ ਸਕੂਲੋਂ ਨਿਕਲ ਜਾਵਾਂਗਾ When they are aged between 18 to 21, ਜਿਸ ਵੇਲੇ 18 ਸਾਲ ਦੀ 21 ਸਾਲ ਦੀ ਉਮਰ ਹੁੰਦੀ ਹੈ they say, I'll be happy when I leave college or university. ਉਹ ਕਹਿੰਦੇ ਮੈਂ ਖੁਸ਼ ਉਸ ਵੇਲੇ ਹੋਵਾਂਗਾ ਜਿਸ ਵੇਲੇ ਕਾਲਜ ਜਾਂ ਯੂਨੀਵਰਸਿਟੀ ਦੇ ਵਿੱਚੋਂ ਮੈਂ ਖਤਮ ਕਰ ਦੇਵਾਂਗਾ When they are aged between 21 and 30, ਜਿਸ ਵੇਲੇ 21 ਸਾਲ ਤੋਂ 30 ਸਾਲ ਦੀ ਉਮਰ ਹੁੰਦੇ ਹਨ they say, no, I'll be happy, I'll be content with life when I get married. ਉਹ ਕਹਿੰਦੇ ਕਿ ਹਾਂ ਕਿ ਮੈਂ ਇਸ ਉਮਰ ਦੇ ਵਿੱਚ ਸ਼ਾਦੀ ਕਰਾਵਾਂਗਾ ਤੇ ਉਸ ਵੇਲੇ ਮੇਰਾ ਜੀਵਨ ਪੂਰਾ ਹੋ ਜਾਣਾ When they are aged between 25 and 35, ਜਿਸ ਵੇਲੇ 25 ਤੋਂ 35 ਸਾਲ ਦੀ ਉਮਰ ਦੇ ਵਿੱਚ ਹੁੰਦੇ ਹਨ they say, no, I'll be happy when we have our first child. ਤਾਂ ਕਹਿੰਦੇ ਕਿ ਅਸੀਂ ਹਾਂ ਜ਼ਰੂਰ ਖੁਸ਼ ਹੋਵਾਂਗੇ ਉਸ ਵੇਲੇ ਜਿਸ ਵੇਲੇ ਸਾਡੇ ਪਹਿਲਾ ਬੱਚਾ ਹੋਊ When they are aged between 35 and 40, ਜਿਸ ਵੇਲੇ 35 ਤੋਂ 40 ਸਾਲ ਦੀ ਉਮਰ ਦੇ ਹੁੰਦੇ ਹਨ they say, no, we'll be happy when we pay our mortgage off. ਉਹ ਕਹਿੰਦੇ ਆ ਕਿ ਹਾਂ ਕਿ ਜਿਸ ਵੇਲੇ ਸਾਡੀ ਮੋਰਗੇਜ ਸਾਰੀ ਉੱਤਰ ਜਾਵੇਗੀ ਫਿਰ ਅਸੀਂ ਖੁਸ਼ ਹੋਵਾਂਗੇ When they are aged between 40 to 60, 60 between 40 and 60, ਜਿਸ ਵੇਲੇ 40 ਤੋਂ 50 ਸਾਲ ਦੀ ਉਮਰ ਹੁੰਦੇ ਹਨ they said, no, we'll be content with life when our children are married. ਉਹ ਕਹਿੰਦੇ ਕਿ ਅਸੀਂ ਹਾਂ ਉਸ ਵੇਲੇ ਖੁਸ਼ ਹੋਵਾਂਗੇ ਸਾਡੇ ਜਿਸ ਵੇਲੇ ਜ਼ਿੰਮੇਵਾਰੀ ਬੱਚੇ ਵਿਆਹ ਹੋ ਕੇ ਆਪਣੇ ਘਰ ਜਾਣਗੇ When they reach between 60 and 80, ਜਿਸ ਵੇਲੇ 50 ਤੋਂ 80 ਸਾਲ ਦੀ ਉਮਰ ਪਹੁੰਚਦੇ ਆ they said, look, I'll be happy, I'll be content when I retire. ਕਹਿੰਦੇ ਕਿ ਮੈਂ ਖੁਸ਼ ਹੋਵਾਂਗਾ ਉਸ ਵੇਲੇ ਜਿਸ ਵੇਲੇ ਮੈਂ ਰਿਟਾਇਰਮੈਂਟ ਹੋ ਜਾਊ And then they end up saying this. ਫਿਰ ਬਾਅਦ ਦੇ ਵਿੱਚ ਕੀ ਕਹਿੰਦੇ ਆ ਆਖਰ ਦੇ ਵਿੱਚ You know, I'll only be content with life when I die. ਉਹ ਕਹਿੰਦੇ ਕਿ ਮੈਂ ਹੁਣ ਉਸੇ ਵੇਲੇ ਸਕੂਨ ਪਾਊਂਗਾ ਤ੍ਰਿਪਤ ਹੋਵਾਂਗਾ ਜਿਸ ਵੇਲੇ ਮੇਰੀ ਮੌਤ ਹੋ ਜਾਊ We're never content, are we? ਅਸੀਂ ਹਰ ਵੇਲੇ ਰੱਜੇ ਨਹੀਂ ਰਹਿੰਦੇ ਭਰੇ ਨਹੀਂ ਰਹਿੰਦੇ ਦਿਲ ਦੀ I've ਮੰਗ seen ਰਹਿੰਦੀ something ਆ like this in church. ਅਸੀਂ ਮੰਡਲੀ ਦੇ ਵਿੱਚ ਵੀ ਕਹਿੰਦੇ ਇਸ ਤਰ੍ਹਾਂ People often will say, brother, I'll start doing things in church. I'll start serving the Lord. ਮੰਡੀ ਦੇ ਵਿੱਚ ਵੀ ਇਸ ਤਰ੍ਹਾਂ ਕਹਿੰਦੇ ਕਿ ਭਾਈ ਜੀ ਮੈਂ ਜਿਸ ਪ੍ਰਭੂ ਦੀ ਸੇਵਾ ਕਰੂੰਗਾ ਜਦੋਂ ਮੇਰੇ ਸਮਾਂ ਹੋਊ Just give me a few months when I do this and when I do that and when I do the other. ਥੋੜੇ ਮਹੀਨਿਆਂ ਦੇ ਵਿੱਚ ਮੈਂ ਆ ਕਰੂੰ 20 years go by. 20 ਸਾਲ ਬੀਤ ਜਾਂਦੇ ਇਸ ਤਰ੍ਹਾਂ ਕਹਿੰਦੇ And they're still saying the same ਉਹ thing. ਹਾਲੇ ਵੀ ਇਹੀ ਗੱਲ ਕਹਿੰਦੇ ਹਨ People are simply not content with life. ਜੀਵਨ ਦੇ ਵਿੱਚ ਉਹ ਬਿਲਕੁਲ ਸੰਕੂਨ ਤ੍ਰਿਪਤ ਨਹੀਂ ਹੁੰਦੇ It's like a man who was looking so sad. ਇੱਕ ਮਨੁੱਖ ਹੈਗਾ ਜਿਹੜਾ ਕਿ ਬਹੁਤ ਉਦਾਸੀ ਦੇ ਵਿੱਚ ਹੈ And he was in tears. ਉਹਦੇ ਵਿੱਚ ਅੱਖਾਂ 'ਚੋਂ ਹੰਝੂ ਆ ਰਹੇ And his ਸੀ friend said to him, why are you in tears? ਕਿਸੇ ਨੇ ਪੁੱਛਿਆ ਕਿ ਹਾਂ ਕਿ ਕਿਉਂ ਤੇਰੇ ਹੰਝੂ ਵਹਿੰਦੇ ਹਨ He said, 3 weeks ago, 3 ਹਫ਼ਤੇ ਹੋਏ ਹਨ my uncle died. ਮੇਰਾ ਅੰਕਲ ਜਿਹੜਾ ਸੀ ਉਹ ਪੂਰਾ ਹੋ ਗਿਆ ਮਰ ਗਿਆ And he left me £40,000. ਉਹ ਮੈਨੂੰ 40,000 ਛੱਡ ਗਿਆ His friend said, that's a lot of money. ਉਹ ਕਹਿੰਦਾ ਬਹੁਤ ਸਾਰਾ ਜ਼ਿਆਦਾ ਪੈਸਾ ਹੈ Then he said 2 weeks ago, my cousin who lives in Australia,
He died and he left me £85,000. ਕਹਿੰਦਾ ਮੇਰਾ ਕਜ਼ਨ ਆਸਟ੍ਰੇਲੀਆ ਦੇ ਵਿੱਚ ਸੀਗਾ, ਉਹ ਮੇਰੇ $85,000 ਜਿਹੜੇ ਸੀਗੇ ਆਸਟ੍ਰੇਲੀਆ ਦੇ ਪੈਸੇ ਉਹ ਛੱਡ ਗਿਆ। The friend said, that's amazing. ਕਿੰਨੀ ਹੈਰਾਨਗੀ ਦੀ ਗੱਲ ਹੈ ਕਿ ਜਿੰਨੇ ਪੈਸਾ ਮਿਲ ਗਿਆ। Then he said last week my great aunt died and she left me £1 million. ਤੇ ਜਿਹੜੀ ਉਹਦੀ ਗ੍ਰੇਟ ਆਂਟ ਜਿਹੜੀ ਜਾਨੀ ਕਿ ਦਾਦੀ ਸੀ ਉਹ ਮਰ ਗਈ, ਉਹਲੇ ਮਿਲੇ £1 ਮਿਲੀਅਨ ਛੱਡ ਗਈ। Now a friend was really confused. ਉਹਦਾ ਮਿੱਤਰ ਜਿਹੜਾ ਸੀਗਾ ਉਹ ਵੀ ਇੰਨੇ ਪੈਸੇ ਮਿਲੇ ਤੇ ਉਦਾਸ ਬੈਠਾ So ਕਿਉਂ? why are you so glum? ਉਹ ਕਹਿੰਦਾ ਕਿ ਉਦਾਸੀ 'ਚ ਕਿਉਂ ਹਾਂ ਤੂੰ? He said, this week nobody died. ਉਹ ਕਹਿੰਦਾ ਮੈਂ ਉਦਾਸੀ ਦੇ ਵਿੱਚ ਇਸ ਕਰਕੇ ਹਾਂ ਕਿਉਂਕਿ ਇਸ ਹਫ਼ਤੇ ਕੋਈ ਵੀ ਨਹੀਂ ਮਰਿਆ, ਕੋਈ ਛੱਡ ਕੇ ਨਹੀਂ ਗਿਆ। Isn't this what we like? ਇਸ ਤਰ੍ਹਾਂ ਨੇ ਅਸੀਂ ਆ ਕੇ We are never ever content. We're always wanting more, expecting more. ਅਸੀਂ ਹਰ ਵੇਲੇ ਤ੍ਰਿਪਤ ਨਹੀਂ ਰਹਿੰਦੇ, ਹਰ ਵੇਲੇ ਸਾਡੀ ਚਾਹ ਹੁੰਦੀ ਹੈ ਕਿ ਸਾਨੂੰ ਹੋਰ ਮਿਲ ਜਾਵੇ, ਹੋਰ ਮਿਲ ਜਾਵੇ। So how could we be content? Is it possible to be content in life? ਕਿ ਜੀਵਨ ਦੇ ਵਿੱਚ ਇਹ ਨਾਮੁਮਕਿਨ ਹੈ ਕਿ ਅਸੀਂ ਤ੍ਰਿਪਤ ਹੋ ਜਾਈਏ? What is the secret of contentment? ਜੇ ਅਸੀਂ ਤ੍ਰਿਪਤ ਹੋਣਾ ਹੈ ਉਹਦੇ ਵਿੱਚ ਭੇਦ ਕੀ ਹੈ? This is what we're looking at this morning. ਅੱਜ ਸਵੇਰੇ ਇਹੀ ਕੁਝ ਦੇਖਣਾ ਹੈ। Now, if there's one person who had every reason in life to be discontent, ਜੇ ਕੋਈ ਮਨੁੱਖ ਦੇਖਿਆ ਜਾਵੇ, ਇੱਕ ਮਨੁੱਖ ਸੀਗਾ ਕਿ ਜੀਵਨ ਦੇ ਵਿੱਚ ਜਿਹੜਾ ਕਿ ਉਹ ਪੂਰਾ ਉਹ ਤ੍ਰਿਪਤ ਨਹੀਂ ਸੀ, it's the Apostle Paul. ਉਹ ਪੌਲਸ ਸੀਗਾ When he writes to the Philippians. ਜਿਸ ਵੇਲੇ ਫਿਲਿੱਪੀਆਂ ਨੂੰ ਲਿਖ ਰਿਹਾ ਸੀ। Why? Because he's bound up in chains. ਕਿਉਂਕਿ ਉਹ ਜਕੜਿਆ ਹੋਇਆ ਸੀਗਾ ਜੰਜੀਰਾਂ ਦੇ ਨਾਲ। He's falsely or unjustly accused. ਉਹ ਤੇ ਝੂਠਾ ਦੋਸ਼ ਲਾ ਕੇ ਉਹਨੂੰ ਜੇਲ੍ਹ 'ਚ ਕੈਦ ਕੀਤਾ ਗਿਆ ਸੀ। Hasn't committed any crime. ਕੋਈ ਉਹਨੇ ਦੋਸ਼ ਨਹੀਂ ਸੀ ਕੀਤਾ। He could be facing execution. ਹੋ ਸਕਦਾ ਕਿ ਉਹਨੂੰ ਮੌਤ ਦੀ ਸਜ਼ਾ ਵੀ ਹੋ ਜਾਵੇ। And what do we find him writing again and again in the book of Philippians? ਕੀ ਸਾਨੂੰ ਵਾਰ-ਵਾਰ ਮਿਲਦਾ ਹੈਗਾ ਫਿਲਿੱਪੀਆਂ ਦੀ ਕਿਤਾਬ ਦੇ ਵਿੱਚੋਂ? ਕੀ ਲਿਖਦਾ ਉਹ? He mentions the word rejoice again and again. ਉਹ ਵਾਰ-ਵਾਰ ਇਹ ਲਿਖਦਾ ਕਿ ਤੁਸੀਂ ਆਨੰਦ ਹੋਵੋ, ਮੈਂ ਫੇਰ ਕਹਿੰਦਾ ਕਿ ਤੁਸੀਂ ਆਨੰਦ ਹੋਵੋ। And now at the end of verse 11, ਆਖਰੀ ਆਇਤ ਦੀ ਜਿਹੜੀ 11ਵੀਂ ਆਇਤ ਹੈ ਉਹ ਕੀ ਕਹਿੰਦਾ? in the reading that we didn't have, sorry, I forgot all about it. ਜਿਹੜਾ ਅੱਜ ਸਵੇਰੇ ਪੜਿਆ ਨਹੀਂਗਾ, ਭਾਈ ਨੂੰ ਭੁੱਲ ਗਿਆ। So we're looking at Philippians chapter 4 verse 10 through to 13. ਚੌਥਾ ਅਧਿਆਇ ਫਿਲਿੱਪੀਆਂ ਦੀ ਕਿਤਾਬ ਤੇ 10 ਤੋਂ 14 ਆਇਤ ਦੇਖਣੀ ਹੈ। At the end of verse 11, 11ਵੀਂ ਆਇਤ ਦੇ ਆਖਰੀ ਹਿੱਸੇ ਵਿੱਚ ਕੀ ਕਹਿੰਦਾ? it says, I am to be content. So whatever state, it says, I've learned in whatever state I am to be content. हे ਭਾਈ, ਜਿਸ ਹਾਲ ਵਿੱਚ ਹੋਤਾ ਉਸੇ ਵਿੱਚ ਸੰਤੋਖ ਰੱਖਾਂ। Now, how is this possible? ਇਹ ਕਿਸ ਤਰ੍ਹਾਂ ਹੋ ਸਕਦਾ? So let's have a look at this. ਇਹਦੇ ਬਾਰੇ ਦੇਖੀਏ। We're going to look at three things as we look at the secret of contentment. ਜਿਸ ਵੇਲੇ ਅਸੀਂ ਇਹ ਭੇਦ ਦੇਖਣਾ ਹੈਗਾ ਆ ਕਿ ਕਿਸ ਤਰ੍ਹਾਂ ਅਸੀਂ ਤ੍ਰਿਪਤ ਰਹਿ ਸਕਦੇ ਹਾਂ, ਅਸੀਂ ਤਿੰਨ ਗੱਲਾਂ ਕਰਾਂਗੇ। So please have your Bibles open in Philippians. ਫਿਲਿੱਪੀਆਂ ਦੀ ਕਿਤਾਬ ਜਿਹੜੀ ਹੈ ਖੋਲ ਕੇ ਰੱਖਣੀ। Chapter 3 verse 10 through to 13. 3 to 4 Chapter 4, sorry. ਚੌਥਾ ਅਧਿਆਇ 10 ਤੋਂ 14। Verse 10 through to 13. 10 ਤੋਂ 13। The first point is this. ਪਹਿਲੀ ਗੱਲ ਇਹ ਹੈ We are to be content and thankful for what we have. ਜੋ ਕੁਝ ਸਾਡੇ ਕੋਲ ਹੈ ਉਹਦੇ ਵਿੱਚ ਅਸੀਂ ਸਤਿ ਸੰਤੋਖ ਰੱਖੀਏ ਤੇ ਉਹਦਾ ਧੰਨਵਾਦ ਪਰਮੇਸ਼ਰ ਦਾ ਕਰੀਏ। Now Paul comes to the end of the letter here. ਤੇ ਹੁਣ ਪੌਲਸ ਜਿਹੜਾ ਆ ਉਹ ਆਖਰ ਦੇ ਵਿੱਚ ਪਹੁੰਚ ਰਿਹਾ ਹੈਗਾ ਜਿਸ ਨੇ ਖਤ because ਲਿਖਿਆ। he's in chains in Rome. ਤੇ ਉਹ ਰੋਮ ਦੇ ਵਿੱਚ ਜਕੜਿਆ ਹੋਇਆ ਸੀ ਜੰਜੀਰਾਂ ਦੇ ਨਾਲ। These Philippians had sent him a gift through Epaphroditus. ਐਫਰੋਡਾਈਟਸ ਦੇ ਦੁਆਰਾ ਉਹਨੂੰ ਤੋਹਫਾ ਭੇਜਿਆ ਗਿਆ। So in the closing section of the book of Philippians, ਜਿਸ ਵੇਲੇ ਇਹ ਖਤਮ ਹੁੰਦਾ ਖਤ ਉਹਦੇ ਵਿੱਚ ਕੀ ਲਿਖਦਾ? Paul is wanting to thank the Philippians for sending this monetary gift. ਉਹ ਫਿਲੀਪੀਨ ਲੋਕਾਂ ਦੇ ਧੰਨਵਾਦ ਕਰਨਾ ਚਾਹੁੰਦਾ ਸੀਗਾ ਕਿ ਜਿਹੜੇ ਉਹਨਾਂ ਨੇ ਪੈਸੇ ਭੇਜੇ। And so he says in chapter 4 verse 10, 10ਵੀਂ ਚੋਂ ਕੀ ਕਹਿੰਦਾ? But I rejoice in the Lord greatly that now at last your care for me has flourished again, though you surely did care, but you lacked opportunity. 10ਵੀਂ ਜਿਸ ਤਰ੍ਹਾਂ ਲਿਖਿਆ ਹੈਗਾ, ਪਰ ਮੈਂ ਪ੍ਰਭੂ ਵਿੱਚ ਇਸ ਗੱਲ ਤੋਂ ਬਹੁਤ ਆਨੰਦ ਹਾਂ ਜੋ ਹੁਣ ਇੰਨੇ ਚਿਰ ਪਿੱਛੋਂ ਤੁਸਾਂ ਮੁੜ ਮੇਰੀ ਚਿੰਤਾ ਕੀਤੀ। ਤੁਸਾਂ ਤਾਂ ਅੱਗੇ ਵੀ ਮੇਰੇ ਲਈ ਚਿੰਤਾ ਕੀਤੀ ਸੀ ਪਰ ਵੇਲਾ ਹੱਥ ਨਾ ਲੱਗਾ। Paul is saying you've always cared for me. ਤੁਸੀਂ ਹਰ ਵੇਲੇ ਮੇਰਾ ਖਿਆਲ ਕੀਤਾ। But he said you didn't have an opportunity whilst I was in prison, but now you have an opportunity and you've showed care again. ਪਹਿਲਾਂ ਤੁਹਾਡੇ ਕੋਲ ਮੌਕਾ ਮਿਲਿਆ ਸੀਗਾ ਪਰ ਤੁਸੀਂ ਮੌਕਾ ਗਵਾ ਲਿਆ, ਪਰ ਹੁਣ ਫਿਰ ਤੁਹਾਡੇ ਕੋਲ ਮੌਕਾ ਮਿਲਿਆ ਹੈਗਾ, ਫਿਰ ਤੁਸੀਂ ਚੰਗਾ ਕੀਤਾ, ਤੁਸੀਂ ਤੋਹਫਾ ਭੇਜਿਆ। And it's like a flower breaking into bud.
ਜਿਹੜਾ ਇੱਕ ਫੁੱਲ ਹੈਗਾ ਆ ਉਹ ਜਿਸ ਵੇਲੇ ਉਹ ਉਂਗਲਦਾ ਹੈਗਾ and you've been able to show care again. ਤੇ ਫਿਰ ਉਹ ਉਂਗਲਦਾ ਦੁਬਾਰਾ। So although he was grateful, ਉਹ ਧੰਨਵਾਦੀ ਸੀਗਾ at ਭਾਵੇਂ the same time, ਉਸ ਵੇਲੇ ਵੀ he wanted the Philippians to know ਉਹ ਚਾਹੁੰਦਾ ਸੀਗਾ ਫਿਲੀਪੀਨ ਜਿਹੜੇ ਲੋਕ ਜਿਹੜੇ ਜਾਣ ਲੈਣ that his contentment did not depend on them giving him the monetary gift. ਪੌਲਸ ਉਹਨਾਂ ਨੂੰ ਇਹ ਸਿਖਾਉਣਾ ਚਾਹੁੰਦਾ ਸੀਗਾ ਕਿ ਹਾਂ ਕਿ ਜਿਹੜਾ ਤੁਸੀਂ ਪੈਸਾ ਭੇਜਿਆ ਜਿਹੜਾ ਮੇਰਾ ਤ੍ਰਿਪਤਪੁਣਾ ਹੈ ਇਹਦੇ ਵਿੱਚ ਨਹੀਂ ਹੈ Or his need being met. ਤਾਂ ਕਿ ਉਹ ਵੀ ਕਹਿ ਸਕੇ ਹਾਂ ਕਿ ਜਿਹੜੀ ਤੁਸੀਂ ਮੇਰੀਆਂ ਲੋੜਾਂ ਪੂਰੀਆਂ ਕੀਤੀਆਂ ਹੈਗੀਆਂ ਇਹਦੇ ਵਿੱਚ ਮੇਰਾ ਜਿਹੜਾ ਕਿ ਤ੍ਰਿਪਤ ਹੋਣਾ। Oh, he said, because I've learned in whatever state I'm in to be content. ਉਹ ਕਹਿੰਦਾ ਕਿ ਮੈਂ ਸਿੱਖ ਲਿਆ ਸੀਗਾ ਕਿ ਹਾਂ ਕਿ ਕਿਸ ਤਰ੍ਹਾਂ ਕਿਹੋ ਜਿਹੀ ਵੀ ਹਾਲਤ ਹੋਵੇ ਉਹਦੇ ਵਿੱਚ ਤ੍ਰਿਪਤਪੁਣਾ ਮੈਂ ਸਿੱਖ ਲਿਆ ਸੀ। So look at verse 11. 11ਵੀਂ ਦੇਖੀਏ। Not that I speak in regard to need, for I have learned in whatever state I am to be content. 11ਵੀਂ ਆਇਤ ਇਹ ਨਹੀਂ ਜੋ ਮੈਂ ਤੰਗੀ ਦੇ ਕਾਰਨ ਆਖਦਾ ਹਾਂ ਕਿਉਂ ਜੋ ਮੈਂ ਇਹ ਸਿੱਖ ਲਿਆ ਹੈ ਭਾਈ ਜਿਸ ਹਾਲ ਵਿੱਚ ਹੋਵਾਂ ਉਸੇ ਵਿੱਚ ਸੰਤੋਖ ਰੱਖਾਂ। So to be content means to be self-sufficient. It means to be independent. ਇਹਦਾ ਮਤਲਬ ਕਿ ਸੰਤੋਖ ਰੱਖਣਾ ਜਿਹੜਾ ਹੈਗਾ ਕਿ ਆਪਣੇ ਆਪ ਦੇ ਵਿੱਚ ਆਪਣੇ ਆਪ ਦੇ ਵਿੱਚ ਮੈਂ ਸਭ ਕੁਝ ਆਪਣੇ ਲਈ ਲੋੜਾਂ ਜਿਹੜੀਆਂ ਪੂਰੀਆਂ ਕੀਤੀਆਂ। That we are free. We are independent from relying on things for our satisfaction in life. ਮੈਂ ਆਪਣੇ ਆਪ ਦੇ ਵਿੱਚ ਸੰਤੋਖ ਹੈਗਾ ਕਿ ਮੈਂ ਕਿਸੇ ਦੇ ਉੱਤੇ ਨਹੀਂ ਭਰੋਸਾ ਕੀਤਾ ਕਿ ਹਾਂ ਕਿ ਫਲਾਣਾ ਮੈਨੂੰ ਦਊਗਾ ਕਿਸੇ ਕੋਈ ਹੋਰ ਮੇਰੀ ਇਹ ਲੋੜਾਂ ਪੂਰੀਆਂ ਕਰੂਗਾ ਇਹ ਤੇ ਕਹਿੰਦਾ ਮੈਂ ਆਸ ਨਹੀਂ ਰੱਖੀ। So Paul is saying to these Philippians, thank you very much. I really appreciate your help. ਪੌਲਸ ਨੇ ਫਿਲੀਪੀਨ ਲੋਕਾਂ ਨੂੰ ਕਹਿੰਦਾ ਹੈਗਾ ਕਿ ਮੈਂ ਤੁਹਾਡਾ ਧੰਨਵਾਦ ਕਰਦਾ ਹੈਗਾ ਬਹੁਤ ਜ਼ਿਆਦਾ ਹੀ ਧੰਨਵਾਦ ਕਰਦਾ ਜਿਹੜਾ ਤੁਸੀਂ ਮੈਨੂੰ ਤੋਹਫਾ ਦਿੱਤਾ। But whether you sent the gift or not, I am not dependent on it for my contentment. ਕਹਿੰਦਾ ਕਿ ਭਾਵੇਂ ਤੁਸੀਂ ਮੇਰੇ ਲਈ ਤੋਹਫਾ ਪੈਸਾ ਭੇਜਿਆ ਹੈਗਾ ਆ ਪਰ ਮੇਰਾ ਜਿਹੜਾ ਸੰਤੋਖ ਹੈ ਸੰਤੋਖ ਰਹਿਣਾ ਉਹ ਇਹਦੇ ਵਿੱਚ ਨਹੀਂ ਹੈ। Because I have learned in whatever state I am to be content. ਕਹਿੰਦਾ ਭਾਵੇਂ ਕਿਹੋ ਜਿਹੀ ਵੀ ਮੇਰੀ ਹਾਲਤ ਹੋਵੇ ਉਹਦੇ ਵਿੱਚ ਮੈਂ ਸੰਤੋਖ ਕਰਨਾ ਸਿੱਖ ਲਿਆ। Now you might say, I wish I had this type of personality that I can be like this. ਹੋ ਸਕਦਾ ਕਿ ਤੁਸੀਂ ਇਸ ਤਰ੍ਹਾਂ ਸੋਚਦੇ ਹੋ ਕਿ ਜਿਸ ਤਰ੍ਹਾਂ ਪੌਲਸ ਦਾ ਸੁਭਾਅ ਹੈਗਾ ਮੇਰਾ ਵੀ ਉਸ ਤਰ੍ਹਾਂ ਸੁਭਾਅ ਹੋ ਜਾਵੇ। I wish I was born this way. ਹੋ ਸਕਦਾ ਕਿ ਮੈਂ ਇਸ ਤਰੀਕੇ ਮੇਰਾ ਜਨਮ ਇਹੋ ਜਿਹਾ ਹੋਣਾ ਚਾਹੀਦਾ ਸੀ। This is not a personality thing. ਇਹ ਨਹੀਂ ਹੈਗਾ ਕਿਸੇ ਵੱਲ ਦੇਖ ਕੇ ਇਹ ਸੋਚਣਾ ਕਿ ਹਾਂ ਕਿ ਮੈਂ ਉਹਦੇ ਵਰਗਾ ਹੋਵਾਂ ਇਹ ਨਹੀਂ ਗੱਲ। No one is born this way. ਕੋਈ ਵੀ ਇਹੋ ਜਿਹਾ ਨਹੀਂ ਜੰਮਦਾ ਹੈਗਾ ਇੱਕ Paul ਬਰਾਬਰ। says, I have learned, verse 11, to be content. ਪੌਲਸ ਕਹਿੰਦਾ ਕਿ ਮੈਂ ਸਿੱਖ ਲਿਆ ਹੈਗਾ ਕਿ ਸੰਤੋਖ ਰਹਿਣਾ। Paul had learned to be grateful for what he had. ਜੋ ਕੁਝ ਪੌਲਸ ਦੇ ਕੋਲ ਸੀ ਉਹਦੇ ਵਿੱਚ ਉਹ ਧੰਨਵਾਦ ਕਰਨਾ ਸਿੱਖ ਲਿਆ ਸੀਗਾ ਰਹਿਣਾ ਸਿੱਖ He ਲਿਆ had ਸੀ। learned whatever situation he is in. ਕਿਹੋ ਜਿਹੀ ਵੀ ਜਿਹੜੀ ਹਾਲਤ ਸੀਗੀ ਉਹਦੇ ਵਿੱਚ ਉਹਨੇ ਰਹਿਣਾ ਸਿੱਖ ਲਿਆ ਸੀ। He learned to be content ਉਹ ਸੰਤੋਖ ਰਹਿਣਾ ਸਿੱਖ ਲਿਆ ਸੀ। rather than crave things that he can't have ਉਹਨੇ ਇਹ ਨਹੀਂ ਸੀ ਕਿਹਾ ਕਿ and ਹਾਂ become discontent. ਕਿਉਂ ਜੀ ਉਹਨੇ ਸੰਤੋਖ ਕਰਨਾ ਸਿੱਖ ਲਿਆ ਸੀਗਾ ਇਸ ਕਰਕੇ ਉਹ ਇਹ ਨਹੀਂ ਸੀ ਚਾਹੁੰਦਾ ਕਿ ਹਾਂ ਕਿ ਮੇਰੇ ਕੋਲ ਉਹ ਚੀਜ਼ ਨਹੀਂ ਹੈਗੀ ਮੈਂ ਉਹ ਚਾਹੁੰਦਾ ਉਹ ਇਸ ਤਰ੍ਹਾਂ ਨਹੀਂ ਸੀ ਕਰਦਾ। This is our problem. This is the problem with the world that we live in. ਸਾਡਾ ਵੀ ਇਹੀ ਮੁਸ਼ਕਲ ਹੈਗੀ ਹੈ ਤੇ ਦੁਨੀਆ ਦੇ ਵਿੱਚ ਰਹਿੰਦੇ ਜੋ ਹੈ ਉਹਦੀ ਵੀ ਇਹੀ The ਮੁਸ਼ਕਲ ਹੈ। world is so discontent. ਲੋਕੀ ਜਿਹੜੇ ਹੈਗੇ ਸੱਤੇ ਸੰਤੋਖ ਦੇ ਵਿੱਚ ਨਹੀਂ ਹੈ। And what makes things worse is social media. ਇਹ ਸੋਸ਼ਲ ਮੀਡੀਆ ਜਿਹੜੀ ਹੈਗੀ ਉਹਦੇ ਜ਼ਿਆਦਾ ਗੱਲ ਹੋਰ ਵਿਗੜਦੀ ਹੈ। You see your siblings, you see your cousins, you see your friends. ਤੁਸੀਂ ਆਪਣੇ ਭੈਣਾਂ ਭਰਾਵਾਂ ਨੂੰ ਦੇਖਦੇ ਆ ਕਜ਼ਨਾਂ ਨੂੰ ਦੇਖਦੇ ਹੈਗੇ ਆ ਦੋਸਤ ਮਿੱਤਰਾਂ ਨੂੰ ਦੇਖਦੇ They ਆ post something on Facebook, ਉਹ ਫੇਸਬੁੱਕ ਤੇ ਕੁਝ ਚਾੜਦੇ ਹੈ a selfie ਸੈਲਫੀ ਕਰਕੇ ਚਾੜਦੇ ਆ with a picture of their new house, ਨਵੇਂ ਘਰ ਦੀ ਸੈਲਫੀ ਚਾੜਦੇ ਆ or they're on holiday in the Caribbean, ਕੈਰੀਬੀਅਨ ਦੇ ਵਿੱਚ ਛੁੱਟੀਆਂ ਕੱਟਣ ਗਏ ਉਹ ਤਸਵੀਰਾਂ ਭੇਜਦੇ or ਫੇਸਬੁੱਕ they ਤੇ post a picture in front of their new car, ਉਹ ਕਾਰ ਉਹਨੇ ਲਈ ਹੈਗੀ ਹੈ ਕਾਰ ਦੇ ਨਾਲ ਖੜ ਕੇ ਸੈਲਫੀ ਖਿੱਚ ਕੇ ਉਹ ਫੇਸਬੁੱਕ ਤੇ and the ਚਾੜਦੇ ਆ whole family have a big smile, ਸਾਰਾ ਪਰਿਵਾਰ ਨੇ ਬਹੁਤ ਵੱਡੀ ਉਹਨੇ ਮੁਸਕਰਾਹਟ ਲਾਈ ਹੋਈ ਹੈ ਮੂੰਹ ਤੇ and they look so happy, they look so content. ਉਹ ਸਾਰੇ ਉਹ ਮੁਸਕਰਾ ਰਹੇ ਹੈਗੇ ਆ ਖੁਸ਼ ਲੱਗਦੇ ਹੈਗੇ ਸੰਤੋਖ ਦੇ ਵਿੱਚ ਲੱਗਦੇ And ਆ we look at them ਅਸੀਂ ਉਹਨਾਂ ਨੂੰ ਦੇਖਦੇ ਹਾਂ and we become discontent. ਤੇ ਅਸੀਂ ਉਹਨਾਂ ਨੂੰ ਦੇਖ ਕੇ ਅਸੀਂ ਆਪਣੀ ਜਿਹੜੀ ਸੰਤੋਖ ਜਿਹੜਾ ਉਹ ਖੋ ਬੈਠਦੇ ਹਾਂ। And you think, I need to be like that. I need a better lifestyle. ਫਿਰ ਉਹਨਾਂ ਨਾਲ ਦੇਖ ਕੇ ਕਹਿੰਦੇ ਆ ਕਿ ਸਾਡਾ ਵੀ ਜੀਵਨ ਉਹਨਾਂ ਵਰਗਾ ਹੋਣਾ ਚਾਹੀਦਾ ਸਾਨੂੰ ਵੀ ਇਸ ਤਰ੍ਹਾਂ ਦਾ ਹੋਣਾ ਚਾਹੀਦਾ। 5 minutes before they took the selfie, ਪਹਿਲਾਂ 5 ਮਿੰਟ ਉਹ ਫੋਟੋ ਖਿੱਚਣ ਤੋਂ ਪਹਿਲਾਂ the husband and wife were fighting like cat and dog. ਜਿਸ ਤਰ੍ਹਾਂ ਕੁੱਤਾ ਬਿੱਲੀ ਲੜਦੇ ਹੈਗੇ ਇਸ ਤਰ੍ਹਾਂ ਪਤੀ ਪਤਨੀ ਲੜ ਰਹੇ And ਸੀ they're not talking to each other. ਇੱਕ ਦੂਸਰੇ ਦੇ ਨਾਲ ਬੋਲ ਨਹੀਂ ਰਹੇ। And the children are sulking. ਬੱਚੇ ਜਿਹੜੇ ਹੈਗੇ ਉਦਾਸੀ ਵਿੱਚ ਹਨ। They're miserable as a family. ਪਰ ਸਾਰਾ ਪਰਿਵਾਰ ਉਹ ਬਹੁਤ ਉਦਾਸੀ ਚ ਹੈ We ਨਿਰਾਸ਼ like to ਹੈ। give this impression, oh, we have such a wonderful lifestyle. ਤੇ ਉਹ ਤਸਵੀਰ ਖਿੱਚ ਕੇ ਉਹ ਫੇਸਬੁੱਕ ਤੇ ਚਾੜਦੇ ਕਹਿੰਦੇ ਕਿ ਅਸੀਂ ਤਾਂ ਬਹੁਤ ਖੁਸ਼ ਹੈਗੇ ਹਾਂ ਆਪਣੇ ਪਰਿਵਾਰ 'ਚ।
Selfies, social media does not reflect the truth. ਜੋ ਫੇਸਬੁੱਕ ਤੇ ਤੁਸੀਂ ਕੈਮਰੇ ਦੇ ਨਾਲ ਆਪਣੇ ਦੇ ਫੋਟੋਆਂ ਖਿੱਚ ਕੇ ਚਾੜਦੇ ਹੈਗੇ ਆ, ਸਾਡੀ ਅਸਲੀਅਤ ਜਿਹੜੀ ਹੈਗੀ ਆ ਉਹ ਨਹੀਂ ਦਿਖਾਈ ਦਿੰਦੇ। But we fall for the bait, don't we? ਅਸੀਂ ਉਹ ਜੋ ਦਿਖਾਇਆ ਜਾਂਦਾ ਅਸੀਂ ਉਹਨਾਂ ਤੇ ਡਿੱਗ ਪੈਂਦੇ ਆ। We become discontent. ਤੇ ਉਹਦੇ ਦੇਖਣ ਦੇ ਕਾਰਨ ਅਸੀਂ ਆਪਣਾ ਸੱਤਿਆ ਸੰਤੋਖ ਖੋ And ਬੈਠਦੇ so ਹਾਂ। we think, I've got to take a loan out, ਹਾਂ ਜ਼ਰੂਰ ਹੈ ਕਿ ਮੈਂ ਹੁਣ ਕਰਜ਼ਾ ਚੱਕਾਂ which I can't afford. ਜਿਹੜਾ ਮੈਂ ਦੇ ਨਹੀਂ ਸਕਦਾ ਵਾਪਸ, And I got to do this, and I got to buy that, I got to buy that, so I could be like that. ਤੇ And then I'll be content. ਮੈਂ ਇੰਨਾ ਖਰਚਾ ਚੱਕਾਂ ਕਿ ਮੈਨੂੰ ਆ ਵੀ ਖਰੀਦਣਾ ਪੈਣਾ, ਮੈਂ ਆ ਕਰਾਂ ਮੈਂ ਆ ਕਰਾਂ, ਉਹਨਾਂ ਵਰਗਾ ਬਣਾ ਤਾਂ ਕਿ ਮੈਂ ਸੰਤੋਖ ਦੇ ਵਿੱਚ ਹੋ ਸਕਾਂ। There's this craving, isn't there, within us? ਸਾਡੇ ਵਿੱਚ ਇਹ ਮੰਗ ਹੈਗੀ ਆ। People are not content with their jobs. ਜਿਹੜੇ ਕੰਮ ਕਰਦੇ ਆ ਉਹਨਾਂ ਦੇ ਵਿੱਚ ਵੀ ਉਹ ਸੰਤੋਖ ਨਹੀਂ ਰੱਖਦੇ। We get frustrated. ਗੁੱਸੇ 'ਚ ਆ ਜਾਂਦੇ ਆ, ਖਿੱਚਦੇ ਆ ਕਿ ਕੋਈ ਕਿਹੜੀ ਆ। People aren't content in their marriages. ਸ਼ਾਦੀ ਜਿਹੜੀ ਹੈਗੀ ਆ ਉਹਦੇ ਵਿੱਚ ਨਹੀਂ ਖੁਸ਼। And you know, it's like trading a new car for an old one. ਜਿਸ ਤਰ੍ਹਾਂ ਅਸੀਂ ਕਾਰ ਅਸੀਂ ਨਵੀਂ ਖਰੀਦਣੀ ਹੈਗੀ ਆ, ਪੁਰਾਣੀ ਉਹਦੇ ਵਿੱਚ ਦੇਣੀ ਹੈਗੀ ਆ। We get fed up of this model, so we'll get a new model. ਤਾਂ ਅਸੀਂ ਕਹਿੰਦੇ ਆ ਕਿ ਆਹ ਪੁਰਾਣੀ ਹੁਣ ਹੋ ਗਈ ਆ ਤਾਂ ਅਸੀਂ ਹੁਣ ਨਵੀਂ ਲੈਂਦੇ ਆ। We get bored. ਅਸੀਂ ਉਦਾਸ ਹੋ ਜਾਂਦੇ ਆ। That's why 42% of marriages end up in divorce. 42% ਇਸੇ ਕਰਕੇ ਜਿਹੜੀਆਂ ਸ਼ਾਦੀਆਂ ਟੁੱਟਦੀਆਂ ਹਨ। And we think, I'll be content if I have a new model, a new marriage. ਉਹ ਕਹਿੰਦਾ ਕਿ ਹਾਂ ਕਿ ਨਵੀਂ ਤੀਵੀਂ ਆਊਗੀ ਮੇਰੀ ਤਾਂ ਮੈਂ ਉਹਦੇ ਵਿੱਚ ਖੁਸ਼ ਹਾਂ। And then 60% of second marriages end in divorce. ਫਿਰ ਉਸ ਤੋਂ ਬਾਅਦ ਜਿਹੜੇ ਦੂਸਰੀ ਸ਼ਾਦੀ ਹੁੰਦੀ ਆ ਉਹ 100 ਦੇ ਵਿੱਚੋਂ 80 ਸ਼ਾਦੀਆਂ ਟੁੱਟਦੀਆਂ। People are not content because they live for the moment. ਉਹ ਥੋੜੇ ਚਿਰ ਲਈ ਰਹਿੰਦੇ ਹੈਗੇ, ਇਸ ਕਰਕੇ ਉਹ ਸੰਤੋਖ ਦੇ ਵਿੱਚ ਨਹੀਂ ਹੈ। We get something new, there's a 2-minute thrill. ਉਹ ਨਵੀਂ ਚੀਜ਼ ਲੈਂਦੇ ਹੈਗੇ, 2 ਮਿੰਟ ਦਾ ਉਹਨਾਂ ਨੂੰ ਚਾਹ ਹੁੰਦਾ। And then we get bored. ਫਿਰ ਅਸੀਂ ਬੋਰ ਹੋ ਜਾਂਦੇ ਉਸ And then we ਚੀਜ਼ want to ਤੋਂ। move on to the next ਫਿਰ ਅਸੀਂ thing. ਇਹ ਨਵੀਂ ਹੋਰ ਚੀਜ਼ ਲੈਂਦੇ ਆ। Christians are not content. ਜਿਹੜੇ ਵਿਸ਼ਵਾਸੀ ਲੋਕ ਹੈ ਉਹ ਵੀ ਸੰਤੋਖ ਦੇ ਵਿੱਚ ਨਹੀਂ ਹੈ। Sometimes Christians can be like the Israelites in the wilderness. ਜਿਹੜੇ ਵਿਸ਼ਵਾਸੀ ਲੋਕ ਹੈ ਇਜ਼ਰਾਈਲ ਲੋਕ ਵਾਂਗਰ ਹੋ ਸਕਦੇ ਆ ਜਿਸ ਤਰ੍ਹਾਂ ਉਹ ਬੀਆਬਾਨ ਸੀ। Complain. ਸ਼ਿਕਾਇਤ ਕਰਨ ਵਾਲੇ। Lord, Moses, there's no manna. ਉਹ ਦੇਖੋ ਕਿ ਹਾਂ ਕਿ ਪ੍ਰਭੂ ਮੂਸਾ ਨੂੰ ਕਹਿੰਦੇ ਕਿ ਸਾਡੇ ਖਾਣ ਦੇ ਲਈ ਹੈ ਨਹੀਂ। And God gives them manna. ਪਰਮੇਸ਼ਰ ਨੇ ਮੰਨਾ ਭੇਜਿਆ। Then they get bored of it. ਉਹ ਖਾ ਕੇ ਫਿਰ ਉਹ They ਤੰਗ ਆ become ਗਏ। discontent. ਉਹ ਅੱਕ ਗਏ ਤੇ ਫਿਰ ਉਹ ਸੰਤੋਖ ਉਹਨਾਂ ਦੇ ਵਿੱਚ ਨਹੀਂ ਰਿਹਾ। God gives them meat, quails. ਕੋਇਲ ਦਿੱਤੇ ਖਾਣੇ ਨੂੰ, ਮੀਟ ਦਿੱਤਾ। God gives them water. ਪਾਣੀ ਪਰਮੇਸ਼ਰ ਨੇ ਪਾਣੀ ਉਹਨਾਂ ਨੂੰ ਪੀਣ ਨੂੰ But ਦਿੱਤਾ। they are constantly moaning and groaning. ਹਰ ਵੇਲੇ ਉਹ ਬੁੜਬੜਾਉਂਦੇ ਰਹੇ। Believers can be like that. ਵਿਸ਼ਵਾਸੀ ਲੋਕ ਵੀ ਇਸ ਤਰ੍ਹਾਂ ਹੋ ਸਕਦੇ ਹਨ। Oh, there's nothing happening in my life spiritually. ਆਤਮਿਕ ਤੌਰ ਤੇ ਮੇਰੇ ਜੀਵਨ 'ਚ ਕੁਝ ਨਹੀਂ ਹੋ ਰਿਹਾ ਹੈਗਾ, God's ਮੈਂ not ਕਹਿ ਸਕਦੇ। answering my prayers. ਪਰਮੇਸ਼ਰ ਮੇਰਾ ਪ੍ਰਾਰਥਨਾ ਜਵਾਬ ਨਹੀਂ ਦੇ ਰਿਹਾ। We complain about church. We complain about pastors. ਪਾਸਵਾਨ ਜਿਹੜੇ ਹੈਗੇ ਉਹਨਾਂ ਦੀ ਸ਼ਿਕਾਇਤ ਕਰਦੇ ਆ, ਮੰਡਲੀ ਦੇ ਲੋਕਾਂ ਦੇ ਲਈ ਪ੍ਰਾਰਥਨਾ ਸ਼ਿਕਾਇਤ ਕਰਦੇ ਆ। We complain about this and that and what's missing and what is not missing. ਅਸੀਂ ਇਹ ਸ਼ਿਕਾਇਤ ਕਰਦੇ ਆ, ਉਹ ਨਹੀਂ ਸੁਣਦਾ, ਉਹ ਨਹੀਂ ਸੁਣਦਾ, ਉਹ ਸੁਣਦਾ, ਉਹ ਨਹੀਂ ਸੁਣਦਾ। And then we go from one place to another, church hop. ਫਿਰ ਹੋਰ ਕੀ ਹੁੰਦਾ ਹੈ ਕਿ ਹਾਂ ਕਿ ਅਸੀਂ ਆਹ ਮੰਡਲੀ ਛੱਡ ਕੇ ਹੋਰ ਮੰਡਲੀ ਚੱਲ ਜਾਂਦੇ, ਉਹ ਛੱਡ ਕੇ ਹੋਰ ਚੱਲ ਜਾਂਦੇ। ਇਹਦਾ ਮਤਲਬ And when you ਹੈ get ਇਹ there, ਛਾਲ it's ਮਾਰ ਕੇ like, ਦੂਸਰੀ this is ਛਾਲ। great, this church is great. ਫਿਰ ਅਸੀਂ ਜਿੱਥੇ ਜਾਂਦੇ ਹੈਗੇ ਉੱਥੇ ਕਹਿੰਦੇ ਜਾ ਕੇ ਇਹ ਤਾਂ ਬਹੁਤ ਮੰਡਲੀ ਚੰਗੀ ਉਹਦੇ ਨਾਲ ਪਹਿਲੀ And ਨਾਲ। then when the initial thrill goes, ਜਿਸ ਵੇਲੇ ਉਹ ਪਹਿਲਾ ਜਿਹੜਾ ਖੁਸ਼ ਹੁੰਦਾ ਹੈ, ਖੁਸ਼ੀ ਉਹਨਾਂ ਨੂੰ ਮਿਲਦੀ ਆ, ਉਹ ਜਦ ਚਲੇ ਜਾਂਦੀ ਆ। it's not quite what I wanted, I'll move on somewhere ਫਿਰ ਉਹ else. ਕਹਿੰਦਾ ਕਿ ਇੱਥੇ ਉਹ ਨਹੀਂ ਕੁਛ ਹੈ ਜੋ ਮੈਂ ਚਾਹੁੰਦਾ ਸੀਗਾ, ਫਿਰ ਹੋਰ ਕਿਤੇ ਜਾਂਦਾ। Paul said, I have learned to be content. ਪੌਲੁਸ ਨੇ ਸਿੱਖ ਲਿਆ ਸੀਗਾ ਤੇ ਕਹਿ ਰਿਹਾ ਕਿ ਮੈਂ ਸੰਤੋਖਪੁਣਾ ਵਿੱਚ ਰਹਿਣਾ ਸਿੱਖ ਲਿਆ। Whether you sent me the gift or not. ਚਾਹੇ ਤੁਸੀਂ ਮੈਨੂੰ ਪੈਸੇ ਦਾ ਤੋਹਫਾ ਭੇਜਿਆ ਜਾਂ ਨਹੀਂ ਭੇਜਿਆ, ਮੈਂ ਸੰਤੋਖਪੁਣੇ ਦੇ ਵਿੱਚ ਰਹਿਣਾ ਸਿੱਖ ਲਿਆ। Paul did not crave what he didn't have. He was thankful for what he did have. ਜੋ ਕੁਛ ਉਹਦੇ ਕੋਲ ਸੀ ਉਹਦੇ ਵਿੱਚ ਸੰਤੋਖਪੁਣਾ ਕਰਨਾ ਉਹਨੇ ਸਿੱਖ ਲਿਆ ਸੀਗਾ ਤਾਂ ਉਹਦਾ ਧੰਨਵਾਦ ਸੀਗਾ, ਪਰ ਉਹਨੇ ਕਿਸੇ ਦੇ ਉੱਤੇ ਆਸ ਨਹੀਂ ਸੀ ਰੱਖੀ ਹੋਈ। There was a man who was very envious of his friend's house. ਇੱਕ ਮਨੁੱਖ ਸੀਗਾ ਕਿ ਜਿਹਦਾ ਉਹਦਾ ਮਿੱਤਰ ਸੀਗਾ, ਉਹਦੇ ਤੋਂ ਉਹ ਈਰਖਾ ਕਰਦਾ ਸੀਗਾ ਜੋ ਕੁਛ ਉਹਦੇ ਕੋਲ ਸੀ। They had a large house, a luxurious house. ਬਹੁਤ ਸੋਹਣਾ ਵੱਡਾ ਘਰ ਸੀ ਉਹਦੇ ਕੋਲ। So he said to his wife, look, let's sell and let's get a house like that. ਤੇ ਉਹਨੇ ਕਿਹਾ ਆਪਣੀ ਪਤਨੀ ਨੂੰ ਕਿਹਾ ਕਿ ਆਪਣਾ ਛੋਟਾ ਘਰ ਵੇਚ ਕੇ ਇਸ ਵੱਡਾ ਘਰ ਇਹਨਾਂ ਵਰਗਾ ਲੈਂਦੇ So ਆ। they put an advert in the newspaper. This is before the days of websites and things ਉਹ ਨਿਊਜ਼ਪੇਪਰਾਂ ਦੇ ਪਹਿਲਾਂ ਦੇਖਦੇ ਸੀ ਜਿਸ ਵੇਲੇ ਕੰਪਿਊਟਰ ਦੇ ਵਿੱਚ ਨਹੀਂ ਸੀ ਦਿਖਾਈ ਜਾਂਦਾ। that described the house. ਉਹ ਘਰ ਦੇ ਬਾਰੇ ਸਭ ਕੁਝ ਲਿਖਿਆ ਹੋਇਆ ਸੀ। Then sometime later he was reading the newspaper ਜਿਸ ਵੇਲੇ ਤੁਸੀਂ ਅਖਬਾਰ ਪੜ੍ਹਦੇ ਆ and he saw an advert of a house. ਉਹਨੇ ਘਰ
ਅਖਬਾਰ ਪੜ੍ਹ ਰਿਹਾ ਸੀਗਾ, ਘਰ ਦੀ ਉੱਥੇ ਮਸ਼ਹੂਰੀ ਕੀਤੀ And ਹੋਈ he ਸੀ। thought, this is the perfect house for us. ਉਹਨੇ ਕਿਹਾ ਕਿ ਆਹ ਘਰ ਜਿਹੜਾ ਹੈਗਾ ਹੈ, ਤਸਵੀਰ ਦੇਖ ਕੇ ਵੀ ਇਹ ਸਾਡੇ ਲਈ So ਚੰਗਾ he ਹੈਗਾ। phoned the estate agent ਸਟੇਟ ਏਜੰਟ ਨੂੰ ਉਹਨੇ ਫੋਨ ਕੀਤਾ। and he said, you know that house that's described on page 20 of the newspaper? ਇਹ ਜਿਹੜੀ ਅਖਬਾਰ ਦੇ ਵਿੱਚ 20 ਸਫਾ ਹੈਗਾ ਆ, ਉਹਦੇ ਵਿੱਚ ਜਿਹੜਾ ਤੁਸੀਂ ਸਮਝਾਇਆ ਗਿਆ ਘਰ ਦੇ ਬਾਰੇ, Is it still available? ਕੀ ਉਹ ਹਾਲੇ ਵੀ ਵਿਕਾਊ ਹੈ? I'd love to view it. ਮੈਂ ਉਹ ਦੇਖਣਾ ਚਾਹੁੰਦਾ ਹਾਂ। The estate agent said this, ਉਸ ਸਟੇਟ ਏਜੰਟ ਨੇ ਕਿਹਾ, sir, the house you are referring to is your house. ਉਹਨੇ ਕਿਹਾ, ਜਨਾਬ ਜੀ ਇਹ ਘਰ ਤੇਰਾ ਹੈ। Even if our ਭਾਵੇਂ situation is perfect, ਘਰ ਉਹਦਾ ਹੀ ਸੀਗਾ ਜਿਹੜਾ ਵੇਚਣ ਨੂੰ ਲਾਇਆ ਸੀਗਾ, ਉਹਨੂੰ ਉਹਦੀ ਉਹ ਮੁੱਲ ਪਾ ਰਿਹਾ ਸੀਗਾ, ਭਾਵੇਂ ਸਾਡੀ ਹਾਲਤ ਜਿਹੜੀ ਉਹ ਚੰਗੀ ਹੋਵੇ, ਫਿਰ ਵੀ we're still not content. ਫਿਰ ਵੀ ਅਸੀਂ ਸੰਤੋਖ ਨਹੀਂ ਰੱਖਦੇ। Now, please don't misunderstand what I'm saying here. ਜੋ ਕੁਝ ਮੈਂ ਕਹਿ ਰਿਹਾ ਗਲਤ ਨਹੀਂ ਸਮਝਣਾ, Let me just balance this up. ਇਹ ਮੈਂ ਇੱਕ ਬਰਾਬਰ ਕਰਾਂ। This doesn't mean to say that we just sit back and do nothing. ਇਹਦਾ ਮਤਲਬ ਇਹ ਨਹੀਂ ਹੈ ਕਿ ਅਸੀਂ ਪਿੱਛੇ ਆਰਾਮ ਨਾਲ ਬਹਿ ਜਾਈਏ ਤੇ ਕੁਝ ਕਰੀਏ ਨਾ। Paul said in Corinthians to slaves, he said to slaves, ਪੌਲਸ ਉਹਨਾਂ ਨੂੰ ਕਹਿੰਦਾ ਕਿ ਜਿਹੜੇ ਗੁਲਾਮ ਹਨ, if you can be freed, good, be free. If not, be content. ਪਰ ਉਹ ਕਹਿੰਦਾ ਗੁਲਾਮਾਂ ਨੂੰ ਕਿ ਜਿਹੜੇ ਵਿਸ਼ਵਾਸੀ ਲੋਕ ਸੀਗੇ ਫਿਲਿੱਪੀਆਂ ਦੇ ਵਿੱਚ, ਕਿ ਜੇ ਤੁਸੀਂ ਗੁਲਾਮ ਆ ਤੁਸੀਂ ਇਹਦੇ ਵਿੱਚ ਸੰਤੋਖ ਰਹੋ, ਜੇ ਤੁਸੀਂ ਆਜ਼ਾਦ ਆ ਉਹਦੇ ਵਿੱਚ ਵੀ ਸੰਤੋਖ ਰਹੋ। Sure, if we can improve our situation, there's nothing wrong in doing that. ਹਾਂ, ਜ਼ਰੂਰ ਜਿਹੜੀ ਸਾਡੀ ਹਾਲਤ ਹੈਗੀ ਹੈ ਜੇ ਅਸੀਂ ਉਹ ਬਿਹਤਰ ਕਰ ਸਕੀਏ, ਇਹਦੇ ਵਿੱਚ ਕੋਈ ਗਲਤੀ ਨਹੀਂ ਹੈ। As long as we don't compromise our faith. ਇਹ ਨਾ ਹੋਵੇ ਕਿ ਹਾਂ ਕਿ ਇਹ ਕਰਦੇ ਕਰਦੇ ਅਸੀਂ ਆਪਣੇ ਵਿਸ਼ਵਾਸ ਦਾ ਸਮਝੌਤਾ ਕਰ So, if ਲਈਏ। your house is too small ਜੇ ਤੁਹਾਡਾ ਘਰ ਛੋਟਾ ਹੈ, and there's a need to move, ਜ਼ਰੂਰ ਹੈ ਕਿ ਉੱਥੋਂ ਤੁਹਾਨੂੰ ਹੋਰ ਘਰ ਖਰੀਦਣ ਦੀ ਲੋੜ and ਹੈ, you can afford it, ਜੇ ਤੁਸੀਂ ਉਹ ਖਰੀਦ ਸਕਦੇ ਹੋ, then sure, there's nothing wrong in doing that. ਜ਼ਰੂਰ ਹੈ ਕਿ ਤੁਸੀਂ ਉਹ ਘਰ ਖਰੀਦੋ, ਕੋਈ ਗਲਤ ਨਹੀਂ ਹੈ। But even if you can't, be content with what you have. ਜੇ ਤੁਸੀਂ ਹੋਰ ਘਰ ਖਰੀਦ ਨਹੀਂ ਸਕਦੇ, ਫਿਰ ਜੋ ਤੁਹਾਡੇ ਕੋਲ ਹੈ ਉਹਦੇ ਵਿੱਚ ਸੰਤੋਖ ਰੱਖੋ। If in your work you work day and night and the hours are long and you think I need to get another job, ਹਾਂ ਕਿ ਹਾਂ ਤੁਸੀਂ ਕੰਮ ਕਰਦੇ ਹੈਗੇ ਆ, ਘੰਟੇ ਤੁਹਾਨੂੰ ਬਹੁਤ ਲੰਬਾ ਚਿਰ ਉੱਥੇ ਕੰਮ ਕਰਨਾ ਪੈਂਦਾ ਹੈਗਾ, ਦਿਨ ਰਾਤ ਕੰਮ ਕਰਦੇ ਹੈਗੇ, ਕਹਿੰਦੇ ਕਿ ਮੈਂ ਹੋਰ ਨੌਕਰੀ ਲੱਭਾਂ, sure, nothing wrong in getting another job. ਹਾਂ ਜ਼ਰੂਰ ਹੈ ਕਿ ਇਹਦੇ 'ਚ ਗਲਤੀ ਨਹੀਂ ਹੈ, ਕੋਈ But ਗਲਤ ਨਹੀਂ ਹੈ ਕਿ ਹੋਰ if not, ਨੌਕਰੀ if the Lord keeps you where you are, be content. ਜੇ ਪ੍ਰਭੂ ਤੁਹਾਨੂੰ ਉਸੇ ਨੌਕਰੀ ਤੇ ਰੱਖੇ, ਹਾਂ ਕਿ ਤੂੰ 12-12 ਘੰਟੇ ਲਾਵੇਂ, ਇਹਦੇ ਵਿੱਚ ਕੋਈ ਗਲਤੀ ਨਹੀਂ ਹੈ। If you are single ਜੇ ਤੁਸੀਂ ਇਕੱਲੇ ਹੋ, and you feel lonely ਤੁਸੀਂ ਅਕੇਲਾਪਨ and you ਮਹਿਸੂਸ want to ਕਰਦੇ ਹੋ, get married, ਸ਼ਾਦੀ ਕਰਨਾ ਚਾਹੁੰਦੇ ਹੋ, sure, there's nothing wrong in praying and seeking the Lord's will. ਪ੍ਰਭੂ ਦੀ ਮਰਜ਼ੀ ਪ੍ਰਾਰਥਨਾ ਦੇ ਵਿੱਚ ਲੱਭੋ, ਕੋਈ ਗਲਤੀ ਨਹੀਂ ਹੈ। But don't be consumed by this, ਇਹ ਨਾ ਹੋਵੇ ਕਿ ਤੁਸੀਂ ਇਹ ਕਹਿੰਦੇ ਮੈਂ ਵਿਆਹ ਕਰਾਉਣਾ, ਇਹਦੇ ਵਿੱਚ ਤੁਸੀਂ ਭਸਮ ਹੋ because ਜਾਵੋ। you'll end up making a mistake, doing things out of desperation. ਹਾਂ ਕਿ ਤੁਸੀਂ ਮਜਬੂਰੀ ਨਾਲ ਜੇ ਕਰਦੇ ਹੈਗੇ ਆ ਤਾਂ ਗਲਤੀਆਂ ਹੁੰਦੀਆਂ। Be content in the place the Lord keeps you. ਜਿੱਥੇ If that's ਪਰਮੇਸ਼ਵਰ where ਨੇ- He keeps you for the ਜਿੱਥੇ- time being. ਜਿੱਥੇ ਪਰਮੇਸ਼ਵਰ ਨੇ ਤੁਹਾਨੂੰ ਰੱਖਿਆ ਹੋਵੇਗਾ ਸਮੇਂ ਦੇ ਲਈ, ਉੱਥੇ ਉਹਦੇ ਵਿੱਚ ਹੀ ਤੁਸੀਂ ਸੰਤੋਖ ਰੱਖੋ। Be grateful, thankful to God for what you have. ਜੋ ਕੁਝ ਤੁਹਾਡੇ ਕੋਲ ਹੈ ਪਰਮੇਸ਼ਵਰ ਦਾ, ਉਹਦੇ ਵਿੱਚ ਧੰਨਵਾਦ ਕਰੋ। And don't crave what you can't have or what the Lord will not give. Be content. ਉਹਦੇ ਵਿੱਚ ਸੰਤੋਖ ਰੱਖੋ ਜੋ ਤੁਹਾਡੇ ਕੋਲ ਹੈਗਾ। ਇਹ ਨਾ ਕਹੋ ਹਾਂ ਕਿ ਮੈਂ ਉਹ ਲੈਣਾ ਚਾਹੁੰਦਾ ਜੋ ਤੁਸੀਂ ਖਰੀਦ ਨਹੀਂ ਸਕਦੇ। ਜਿੱਥੇ ਪਰਮੇਸ਼ਵਰ ਨੇ ਰੱਖਿਆ ਉਹਦੇ ਵਿੱਚ ਸੰਤੋਖ ਰੱਖੋ। Secondly, ਦੂਸਰੀ ਗੱਲ, we are to be content in every circumstance in life. ਜੀਵਨ ਦੇ ਵਿੱਚ ਕਿਹੋ ਜਿਹੀ ਵੀ ਹਾਲਤ ਸਾਡੇ ਉੱਤੇ ਹੋਵੇ, ਉਹਦੇ ਵਿੱਚ ਵੀ ਅਸੀਂ ਸੰਤੋਖ So Paul ਰੱਖੀਏ। is saying, thank you very much for this gift, ਪੌਲਸ ਕਹਿੰਦਾ ਕਿ ਤੁਹਾਡਾ ਧੰਨਵਾਦ ਕਰਦਾ ਕਿ ਤੁਸੀਂ ਇਹ ਪੈਸਾ ਭੇਜਿਆ। but I'm not dependent on it for my contentment. ਇਹ ਨਹੀਂ ਕਿ ਮੈਂ ਤੁਹਾਡੇ ਉੱਤੇ ਆਪਣਾ ਭਰੋਸਾ ਰੱਖਿਆ ਕਿ ਹਾਂ ਕਿ ਮੈਂ ਇਹਦੇ ਵਿੱਚ ਸੰਤੋਖ ਰੱਖਾਂ। Whether you sent it, whether you're not, I'm grateful, but I'm not, it's not going to determine my contentment. ਚਾਹੇ ਤੁਸੀਂ ਮੈਨੂੰ ਪੈਸਾ ਭੇਜਿਆ ਜਾਂ ਨਹੀਂ ਭੇਜਿਆ ਹੈਗਾ, ਇਹਦੇ ਵਿੱਚ ਇਹਦਾ ਕੋਈ ਤਾਲੁਕਾਤ ਨਹੀਂ ਹੈਗਾ ਕਿ ਜੋ ਮੈਂ ਸੰਤੋਖ ਜੋ ਕੁਝ ਹੈਗਾ ਜਿਸ ਹਾਲਤ ਦੇ ਵਿੱਚ ਹੈ ਉਹਦੇ ਵਿੱਚ ਮੈਂ He ਸੰਤੋਖ says, ਰੱਖਾਂ। whatever state I'm in, I've learned to be content. ਜੇ ਕਿਹੋ ਜਿਹੀ ਹਾਲਤ ਦੇ ਵਿੱਚ ਹੋਵਾਂ ਮੈਂ ਸੰਤੋਖ ਰਹਿਣਾ ਸਿੱਖ ਲਿਆ। And then what he does, ਫਿਰ ਉਹ ਕੀ ਕਰਦਾ? he looks at all the situations that he has experienced ਫਿਰ ਉਹ ਦੇਖਦਾ ਕਿ ਜਿਹੜੀਆਂ ਹਾਲਤਾਂ ਦੇ ਵਿੱਚ ਪੌਲਸ ਆਪ ਲੰਘਿਆ, that could cause discontentment. ਜਿਹਦੇ ਦੁਆਰਾ ਸੰਤੋਖ ਚਲਾ ਗਿਆ ਸੀ, And he says, I've learned to be content. ਪਰ ਹੁਣ ਮੈਂ ਸਿੱਖ ਲਿਆ। So in verse 11 he says, whatever state I am, I've learned to be content. ਕਿਹੋ ਜਿਹੀ ਵੀ ਮੇਰੇ ਉੱਤੇ ਹਾਲਤ ਹੈਗੀ ਆ, ਜਿਹੋ ਜਿਹੀ ਹਾਲਤ ਮੇਰੇ ਵਿੱਚ ਜਿਹਦੇ ਵਿੱਚ ਮੈਂ ਹਾਂ, ਉਹਦੇ ਵਿੱਚ ਮੈਂ ਸੰਤੋਖ ਕਰਨਾ ਸਿੱਖ ਲਿਆ। The problem with us is our contentment is circumstantial. ਸਾਡੇ ਜਿਹੜੇ
ਸੰਤੋਖ ਉਸ ਵੇਲੇ ਹੁੰਦਾ ਹੈਗਾ ਜਿਸ ਵੇਲੇ ਸਾਡੇ ਉੱਤੇ ਕੋਈ ਹਾਲਤ ਹੁੰਦੀ ਹੈ, ਉਹ ਥੱਲੇ ਹੁੰਦੀ, ਉੱਤੇ ਹੁੰਦੀ, ਥੱਲੇ ਉੱਤੇ, ਥੱਲੇ ਉੱਤੇ So ਹੁੰਦੀ if my circumstances are good, I'm content. ਜੇ ਮੇਰੀ ਹਾਲਤ ਚੰਗੀ ਹੈਗੀ ਫਿਰ ਮੈਂ ਉਹ 'ਚ ਸੰਤੋਖ ਰੱਖਦਾ। If my circumstances are bad or not favorable, then I become discontent. ਜਿਸ ਵੇਲੇ ਮੇਰੀ ਹਾਲਤ ਮਾੜੀ ਹੁੰਦੀ ਹੈਗੀ ਆ, ਲੋੜਾਂ ਨਹੀਂ ਪੂਰੀਆਂ ਹੁੰਦੀਆਂ ਹੈਗੀਆਂ, ਉਸ ਵੇਲੇ ਮੈਂ ਉਸ ਵੇਲੇ ਮੇਰੇ 'ਚ ਸੰਤੋਖ ਨਹੀਂ ਹੁੰਦਾ। If we live like this, we'll never be content in life. ਜੇ ਅਸੀਂ ਇਸ ਤਰ੍ਹਾਂ ਦੀ ਸਾਡੀ ਹਾਲਤ ਹੈਗੀ, ਇਸ ਤਰ੍ਹਾਂ ਰਹਿੰਦੇ ਹੈਗੇ ਆ, ਫਿਰ ਅਸੀਂ ਕਦੀ ਵੀ ਜੀਵਨ ਦੇ ਵਿੱਚ ਸੰਤੋਖ ਨਹੀਂ ਪਾ Because ਸਕਦੇ। circumstances in life can be like the British weather, up and down. ਫਿਰ ਸਾਡੀ ਹਾਲਤ ਇਹੋ ਜਿਹੀ ਹੋਣੀ ਹੈ ਕਿ ਜਿਸ ਤਰ੍ਹਾਂ ਇੱਥੇ ਦਾ ਮੌਸਮ ਹੈਗਾ, ਇਸ ਮੁਲਕ ਦਾ ਮੌਸਮ ਹੈਗਾ, ਠੰਡਾ ਗਰਮ ਹਰ ਵੇਲੇ ਹੁੰਦਾ ਰਹਿੰਦਾ। Here you can have all 4 seasons in one day, as we have been experiencing. ਜਿਸ ਤਰ੍ਹਾਂ ਅਸੀਂ ਹਾਲਤ ਦੇਖੀ ਹੈਗੀ ਹੈ ਕਿ ਇੱਕ ਦਿਨ ਦੇ ਵਿੱਚ ਹੀ 4 ਜਿਹੜੇ ਮੌਸਮ ਹੈਗੇ ਉਹ ਆ ਜਾਂਦੇ ਆ। Sunshine, rain, snow, frost, all in the same day. ਕੋਰਾ ਪੈਂਦਾ ਹੈਗਾ ਆ, ਮੀਂਹ ਪੈਂਦੇ ਹੈਗੇ, ਬਰਫ਼ ਪੈਂਦੀ ਹੈਗੀ ਆ। Our circumstances in life can be like this. ਸਾਡੇ ਜੀਵਨ ਦੇ ਹਾਲਤ ਵੀ ਇਸ ਤਰ੍ਹਾਂ ਹੋ ਸਕਦੇ ਆ। Sometimes there's sunshine, things are nice, bright. ਹਾਂ ਕਿ ਕਈ ਵਾਰ ਹੁੰਦਾ ਕਿ ਸਾਡੇ ਜੀਵਨ 'ਚ ਧੁੱਪ ਚਮਕਦੀ ਹੁੰਦੀ। Sometimes there's snow, rain, frost. ਫਿਰ ਕਈ ਵਾਰੀ ਹੁੰਦਾ ਕਿ ਹਾਂ ਕਿ ਬਰਫ਼ ਪੈਂਦੀ ਹੈਗੀ ਹੈ, ਕੋਰਾ ਪੈਂਦਾ ਹੈਗਾ, ਮੀਂਹ ਪੈਂਦਾ ਹੈ। Things are hard, things are tough. ਜੋ ਜੀਵਨ ਔਖਾ ਹੋ ਜਾਂਦਾ ਹੈਗਾ ਹੈ, ਮਜਬੂਰ ਹੋ ਜਾਂਦੀ ਹੈ। But that, our circumstances should not determine our contentment in the Lord. ਇਹੋ ਜਿਹੀ ਹਾਲਤਾਂ ਸਾਡੇ ਤੇ ਆਉਂਦੀਆਂ ਹੈਗੀਆਂ, ਇਹਦੇ ਵਿੱਚ ਜਿਹੜਾ ਸਾਡਾ ਸੰਤੋਖ ਹੈ ਉਹ ਨਾ ਚਲੇ ਜਾਵੇ। If you read Paul's life, ਜੇ ਪੌਲਸ ਦਾ ਜੀਵਨ ਦੇ ਬਾਰੇ ਤੁਸੀਂ ਪੜ੍ਹੋ, it was like a roller coaster, up and down. ਉਹ ਇਸ ਤਰ੍ਹਾਂ ਸੀਗਾ ਜਿੱਦਾਂ ਕਿ ਬਲੈਕਪੂਲ ਜਾ ਕੇ ਰੋਲਰ ਕੋਸਟਰ ਚੜ੍ਹਦੇ ਹੈਗੇ, ਉੱਤੇ ਜਾਣਾ ਫਿਰ ਥੱਲੇ Look ਆਉਣਾ, at the ਘੁੰਮਣਾ। words that he uses in verse 12. 12ਵੀਂ 'ਚ ਦੇਖੋ ਕਿਹੜੀ ਮਿਸਾਲ ਯੂਜ਼ He ਕਰਦਾ। says, I know how to be abased. ਹਾਂ, ਘਟਣਾ ਜਾਣਦਾ ਹਾਂ, I know how to be humbled. I know how to be brought low. ਨਾਲੇ ਵਧਣਾ ਜਾਣਦਾ, ਨਾਲੇ ਮੈਂ ਨੀਵਾਂ ਹੋਣਾ ਜਾਣਦਾ। Many times Paul had been brought low. ਬਹੁਤ ਵਾਰੀ ਪੌਲਸ ਨੀਵਾਂ ਕੀਤਾ ਗਿਆ, He had been imprisoned, ਉਹ ਕੈਦ ਕੀਤਾ ਗਿਆ, flogged, ਉਹਨੂੰ ਕੋੜੇ ਮਾਰੇ ਪਏ, stoned, ਪਥਰਾਓ ਕੀਤਾ ਗਿਆ। shipwrecked, falsely accused, ਹਾਂ ਕਿ ਉਹ ਜਿਸ ਵੇਲੇ ਕਿਸ਼ਤੀ ਦੇ ਵਿੱਚ ਸੀ, ਉਹ ਕਿਸ਼ਤੀ ਵੀ ਢਹਿ ਗਈ ਸੀਗੀ। ਹਾਂ ਕਿ ਉਹਨੂੰ ਝੂਠਾ ਉੱਤੇ ਦੋਸ਼ ਲਾਇਆ ਗਿਆ, tortured, beaten, ਉਹ ਮਾਰਿਆ ਗਿਆ, persecuted. ਸਤਾਇਆ ਗਿਆ। There will be times ਸਮਾਂ ਆਊਗਾ ਜੀਵਨ 'ਚ when we will be brought low. We will be humbled. ਸਾਨੂੰ ਵੀ ਹਲੀਮ ਕੀਤਾ ਜਾਊਗਾ, ਅਸੀਂ ਵੀ ਥੱਲੇ ਸਿੱਟੇ ਜਾਊਂਗੇ। I'm sure everybody here ਮੈਨੂੰ ਜ਼ਰੂਰ ਪੱਕਾ ਯਕੀਨ ਹੈ ਕਿ ਇੱਥੇ ਸਾਰੇ ਜਿਹੜੇ ਬੈਠੇ ਆ, has seen how Will Smith slapped Chris Rock at the Oscars. ਸਾਰਿਆਂ ਨੇ ਦੇਖਿਆ ਹੋਣਾ ਕਿ ਵਿਲ ਸਮਿਥ ਨੇ ਕ੍ਰਿਸ ਰੌਕ ਤੇ ਚਪੇੜ ਮਾਰੀ, Just spontaneously. ਇੱਕਦਮ ਜਾ ਕੇ ਚਪੇੜ ਮਾਰੀ। In front of the whole audience, it was on live television. ਟੈਲੀਵਿਜ਼ਨ ਤੇ ਦਿਖਾਇਆ ਜਾਂਦਾ ਸੀਗਾ, ਬਹੁਤ ਸਾਰੇ ਉੱਥੇ ਜਿਹੜੇ ਅਮੀਰ ਲੋਕ ਸੀ, ਸਿਤਾਰੇ ਸੀਗੇ ਫਿਲਮਾਂ ਦੇ, ਉੱਥੇ ਇਕੱਠੇ ਹੋਏ ਸੀਗੇ, ਉਹਨਾਂ ਦੇ ਸਾਹਮਣੇ ਜਾ ਕੇ ਸਟੇਜ ਉੱਤੇ I've never ਮਾਰਿਆ। heard of Chris Rock before. He's very famous now. ਬਹੁਤ ਮਸ਼ਹੂਰ ਹੈਗਾ, ਪਹਿਲਾਂ ਵੀ ਮਸ਼ਹੂਰ ਸੀਗਾ, ਜੱਜੀ ਨੇ ਹੁਣ ਉਹਦੇ ਬਾਰੇ ਸੁਣਿਆ। He handled it well. He ਪਰ didn't ਉਹ- react. ਉਹਨੇ ਮੋਰੇ ਨਹੀਂ ਕੋਸ਼ਿਸ਼ ਕੀਤਾ ਜਿਸ ਵੇਲੇ But ਚਪੇੜ he ਮਾਰੀ। was publicly humiliated. ਸਾਰੀ ਜਨਤਾ ਦੇ ਸਾਹਮਣੇ, ਸਾਰੀ ਦੁਨੀਆ ਦੇ ਸਾਹਮਣੇ ਉਹਦੀ ਬੇਇੱਜ਼ਤੀ ਕੀਤੀ ਗਈ। We sometimes, metaphorically speaking, may be slapped and humiliated. ਹਾਂ, ਹੋ ਸਕਦਾ ਕਿ ਸਾਡੇ ਉੱਤੇ ਵੀ ਚਪੇੜਾਂ ਮਾਰੀਆਂ ਜਾਣ ਤੇ ਸਾਨੂੰ ਵੀ ਸ਼ਰਮਿੰਦਾ ਕੀਤਾ ਜਾਵੇ, ਬੇਇੱਜ਼ਤੀ ਕੀਤੀ ਜਾਵੇ। We may be brought to shame. We may be embarrassed. ਹੋ ਸਕਦਾ ਕਿ ਸਾਨੂੰ ਐਮਬੈਰਸ ਕੀਤਾ ਜਾਵੇ, ਸ਼ਰਮਿੰਦਾ ਕੀਤਾ ਜਾਵੇ, ਅਸੀਂ ਬੇਇੱਜ਼ਤੀ ਕੀਤੀ We ਜਾਵੇ। may be attacked. We may be made to feel this small in front of people. ਲੋਕਾਂ ਦੇ ਸਾਹਮਣੇ ਹੋ ਸਕਦਾ ਕਿ ਸਾਨੂੰ ਮਾਰਿਆ ਜਾਵੇ, ਤਾਂ ਕਿ ਲੋਕਾਂ ਦੇ ਸਾਹਮਣੇ ਅਸੀਂ ਬਹੁਤ ਛੋਟੇ ਮਹਿਸੂਸ ਕੀਤਾ ਜਾਵੇ। We may feel useless at times. ਹਾਂ ਕਿ ਉਸ ਸਮੇਂ ਨੂੰ ਅਸੀਂ ਮੌਕਾ ਉਠਾਈਏ। Paul was in prison. He was in chains and laid aside here. ਇੱਥੇ ਦੇਖਦੇ ਹਾਂ ਕਿ ਪੌਲਸ ਜਿਹੜਾ ਸੀਗਾ ਜੀਰਾਂ ਦੇ ਵਿੱਚ ਸੀ, ਕੈਦਖਾਨੇ ਵਿੱਚ। That may happen to us at times. ਹੋ ਸਕਦਾ ਬਹੁਤ ਵਾਰੀ ਪਹਿਲਾਂ ਵੀ ਹੋਇਆ ਹੋਵੇ। We may be laid aside. We may decrease. Others may increase. ਹੋ ਸਕਦਾ ਕਿ ਸਾਡੇ ਨਾਲ ਵੀ ਇਸ ਤਰ੍ਹਾਂ ਹੋਵੇ, ਅਸੀਂ ਵੀ ਘਟ ਜਾਈਏ, ਘਾਟੇ 'ਚ ਹੋਈਏ ਤੇ ਦੂਸਰੇ ਵਾਧਾ ਸਾਡੇ ਨਾਲ ਕਰੀ ਜਾਣ। How do we handle it? ਅਸੀਂ ਕਿਸ ਤਰ੍ਹਾਂ ਉਹਦਾ ਸਾਹਮਣਾ ਕਰਨਾ? How do we handle being humiliated, being abased? ਹਾਂ ਕਿ ਜਿਸ ਵੇਲੇ ਅਸੀਂ ਘਾਟੇ ਦੇ ਵਿੱਚ ਹੁੰਦੇ ਆ, ਜਾ ਕੇ ਸਾਨੂੰ ਸ਼ਰਮਿੰਦਾ ਕੀਤਾ ਜਾਂਦਾ, ਕਿ ਇਹੋ ਜਿਹੀ ਹਾਲਤ ਦੇ ਵਿੱਚ ਅਸੀਂ ਇਹਦਾ ਸਾਹਮਣਾ ਕਿਸ ਤਰ੍ਹਾਂ ਕਰਨਾ? Our circumstances are not favorable, are they? ਹਾਂ ਕਿ ਜਿਹੜੀ ਸਾਡੀਆਂ ਹਾਲਤਾਂ ਹੈਗੀਆਂ ਸਾਡੇ ਵੱਲ ਦੀਆਂ ਨਹੀਂ ਹਨ। Paul says in verse 12, I know how to be abased and I know how to abound. ਹਾਂ, ਮੈਂ ਜਾਣਦਾ ਹਾਂ, ਮੈਂ ਘਟਣਾ ਜਾਣਦਾ ਹਾਂ, ਨਾਲੇ ਵਧਣਾ ਵੀ ਜਾਣਦਾ ਹਾਂ। There were times Paul was abased, other times he abounded. ਹਾਂ, ਕਈ ਵਾਰ ਉਹ ਘਟਣਾ ਦੇ ਵਿੱਚ ਹੋਇਆ, ਕਈ ਵਾਰੀ ਉਹ ਵਾਧੇ ਦੇ ਵਿੱਚ ਹੋਇਆ। Paul was elevated.
ਪੌਲਸ ਜਿਹੜਾ ਉੱਚਾ ਕੀਤਾ ਗਿਆ। Paul was used of God to plant churches. ਹਾਂ ਪੌਲਸ ਦਾ ਇਸਤੇਮਾਲ ਕੀਤਾ ਪਰਮੇਸ਼ਵਰ ਨੇ ਕਿ ਉਹ ਮੰਡੀਆਂ ਕਾਇਮ ਕਰੇ। Many people were saved under Paul's ministry. ਪੌਲਸ ਦੀ ਸੇਵਾ ਦੇ ਦੁਆਰਾ ਬਹੁਤ ਸਾਰੇ ਲੋਕੀ ਬਚਾਏ ਗਏ। There were times when he abounded. ਬਹੁਤ ਸਾਰੀ ਜੋ ਉਹ ਵਧਿਆ ਵੀ। Of the two, whether you're abased, whether you're abound, ਚਾਹੇ ਤੁਸੀਂ ਘਟਨਾ ਦੇ ਵਿੱਚ ਚਾਹੇ ਤੁਸੀਂ ਵਾਧੇ ਵਿੱਚ ਹੋ, which is the most dangerous spiritually? ਆਤਮਿਕ ਤੌਰ ਤੇ ਕਿਹੜੀ ਖਤਰੇ ਦੀ ਗੱਲ ਆ? I think when you abound, ਜਿਸ ਵੇਲੇ it's so ਤੁਸੀਂ dangerous. ਜਿਸ ਵੇਲੇ ਤੁਸੀਂ ਵਾਧੇ ਦੇ ਵਿੱਚ ਹੁੰਦੇ ਹੋ ਉਸ ਵੇਲੇ ਤੁਸੀਂ ਖਤਰੇ ਦੇ ਵਿੱਚ Because ਹੁੰਦੇ when you ਹੋ। are brought low, ਜਿਸ ਵੇਲੇ ਤੁਸੀਂ ਘਾਟੇ ਦੇ ਵਿੱਚ ਹੁੰਦੇ ਹੋ in ਨੀਵੇਂ your ਕੀਤੇ ਜਾਂਦੇ ਹੋ, desperation, you cling to God. ਜਿਸ ਵੇਲੇ ਤੁਸੀਂ ਮਜਬੂਰੀ ਵਿੱਚ ਹੁੰਦੇ ਆ ਉਸ ਵੇਲੇ ਤੁਸੀਂ ਪਰਮੇਸ਼ਵਰ ਨੂੰ ਫੜਦੇ ਹੋ। But when everything is fine, ਜਿਸ ਵੇਲੇ ਸਭ ਕੁਝ ਠੀਕ ਹੁੰਦਾ ਹੈ we think we're okay. ਫਿਰ ਅਸੀਂ ਕਹਿੰਦੇ ਸਭ ਕੁਝ ਠੀਕ ਆ ਸਾਡੇ ਲਈ। And then we feel, oh, I don't need God anymore. ਫਿਰ ਅਸੀਂ ਸੋਚਦੇ ਹਾਂ ਕਿ ਸਾਨੂੰ ਹੁਣ ਪਰਮੇਸ਼ਵਰ ਦੀ ਲੋੜ ਨਹੀਂ, ਮੇਰੇ ਕੋਲ ਬਿਲਕੁਲ ਠੀਕ ਹੈ। When we abound, when God uses us, ਜਿਸ ਵੇਲੇ ਪਰਮੇਸ਼ਵਰ ਸਾਨੂੰ ਇਸਤੇਮਾਲ ਕਰਦਾ ਅਸੀਂ ਉੱਚੇ ਕੀਤੇ ਜਾਂਦੇ ਹਾਂ। what's the danger? ਖਤਰਾ ਕੀ ਆ? Like Satan, pride can Just- destroy us. ਜਿਸ ਤਰ੍ਹਾਂ ਸ਼ੈਤਾਨ ਦੇ ਵਿੱਚ ਕਮਾਂਡ ਆਇਆ ਸੀਗਾ ਉਸੇ ਤਰ੍ਹਾਂ ਅਸੀਂ ਵੀ ਬਰਬਾਦ ਹੋ ਸਕਦੇ ਹਾਂ। Very dangerous when you abound. ਜਿਸ ਵੇਲੇ ਅਸੀਂ ਉੱਚੇ ਹੁੰਦੇ ਹੈਗੇ ਆ ਉਸ ਵੇਲੇ ਬਹੁਤ ਸਾਡੇ ਲਈ ਖਤਰੇ ਦੀ ਗੱਲ A ਆ। lot of people fail ਬਹੁਤ to ਸਾਰੇ handle ਲੋਕ ਇਸ it. ਤਰ੍ਹਾਂ ਡਿੱਗ ਪਏ ਹੈ। Paul says, I know how to be abased, verse 12, and I know how to abound. ਪੌਲਸ ਕਹਿੰਦਾ ਕਿ ਹਾਂ ਕਿ ਮੈਂ ਘਟਣਾ ਜਾਣਦਾ ਹਾਂ ਵਧਣਾ ਵੀ ਜਾਣਦਾ ਹਾਂ। Then he goes, I've learned both to be full and to be hungry. ਹਾਂ ਕਿ ਵਧਣਾ ਕੀ ਭੁੱਖਣਾ ਕਿ To be ਰੱਜਣਾ ਔਰ full and ਭੁੱਖਾ to be ਰਹਿਣਾ hungry. ਸਿੱਖ ਲਿਆ। There were times when Paul had everything, all his material needs were met. ਪੌਲਸ ਦੇ ਕੋਲ ਸਭ ਕੁਝ ਸੀਗਾ, ਕਈ ਸਮਾਂ ਸੀਗਾ ਕਿ ਉਹਦੀਆਂ ਲੋੜਾਂ ਜਿਹੜੀਆਂ ਸੀ ਬਿਲਕੁਲ ਪੂਰੀਆਂ ਕੀਤੀਆਂ There ਸੀ। were other times when Paul was hungry. ਕਈ ਸਮਾਂ ਸੀਗਾ ਜਿਸ ਵੇਲੇ ਪੌਲਸ ਭੁੱਖਾ ਵੀ ਰਹਿੰਦਾ ਸੀ। You read of it ਉਹਦੇ ਬਾਰੇ ਤੁਸੀਂ ਪੜ੍ਹ in ਸਕਦੇ ਹੋ। Corinthians, in the book of Acts. ਰਸੂਲਾਂ ਦੀ ਕਿਤਾਬ ਚ ਕੋਰਿੰਥੀਆਂ ਦੀ ਕਿਤਾਬ ਚ ਤੁਸੀਂ ਪੜ੍ਹ ਸਕਦੇ ਹੋ। He was hungry, he was cold, he lacked comfort. ਉਹ ਠੰਡਾਂ ਦੇ ਵਿੱਚ ਸੀਗਾ, ਉਹ ਭੁੱਖਾ ਸੀਗਾ, ਉਹਨੂੰ ਆਰਾਮ ਨਹੀਂ ਸੀ ਮਿਲਦਾ। He said fastings often. ਬਹੁਤ ਵਾਰੀ ਉਹ ਵਰਤ ਰੱਖਦਾ ਸੀ। He slept on the ground. He ਉਹ was ਧਰ- in prison. ਉਹ ਜੇਲ੍ਹ ਦੇ ਵਿੱਚ ਸਿੱਟਿਆ ਗਿਆ ਸੀ, ਧਰਤੀ ਤੇ ਵੀ ਸੌਂਦਾ ਸੀ। Sometimes he went to sleep on an empty stomach. ਭੁੱਖਾ ਵੀ ਸੌਂਦਾ ਸੀ ਬਹੁਤ ਵਾਰੀ। None of us knows this type of poverty here in the UK. ਇਸ ਮੁਲਕ ਦੇ ਵਿੱਚ ਇਹੋ ਜਿਹੀ ਗਰੀਬੀ ਅਸੀਂ ਕਿਸੇ ਨੇ ਨਹੀਂ ਦੇਖੀ। None of us. ਸਾਡੇ In ਚੋਂ ਕਿਸੇ ਨੇ ਨਹੀਂ fact, ਦੇਖੀ। we have too much here. ਸਾਡੇ ਕੋਲ ਵੱਧ ਤੋਂ ਵੱਧ ਹੈ। In some countries, people die of starvation. ਬਹੁਤ ਸਾਰੇ ਮੁਲਕ ਹੈਗੇ ਜਿੱਥੇ ਲੋਕੀ ਭੁੱਖੇ ਮਰਦੇ ਹਨ। In rich countries, people die of too much. ਅਮੀਰ ਮੁਲਕਾਂ ਦੇ ਵਿੱਚ ਲੋਕੀ ਮਰਦੇ ਹੈਗੇ ਅਮੀਰੀ ਦੇ ਕਾਰਨ। Who dies of starvation in this country? ਇਸ ਮੁਲਕ ਦੇ ਵਿੱਚ ਕੌਣ ਭੁੱਖਾ ਮਰਿਆ? Hardly anyone. Who dies of heart disease? ਕਿੰਨੇ ਜਿਹੜੇ ਆ ਜਿਹੜੀ ਦਿਲ ਦੀ ਬਿਮਾਰੀ ਆ ਉਹ ਤੋਂ ਮਰੇ। An excessive weight sometimes. ਬਹੁਤ ਭਾਰ ਵੀ ਵਧਿਆ ਹੁੰਦਾ ਉਹ ਤੋਂ ਵੀ ਮੌਤਾਂ And ਹੁੰਦੀਆਂ। ailments that are due to having too much. ਜ਼ਿਆਦਾ ਹੋਣ ਦੇ ਕਾਰਨ ਅਸੀਂ ਖਾ ਪੀ ਕੇ ਮੋਟੇ ਹੋ ਜਾਂਦੇ, ਉਹਦੇ ਨਾਲ ਬਿਮਾਰੀਆਂ ਲੱਗਦੀਆਂ, ਮਰ ਜਾਂਦੇ ਆ। There may be times ਹੋ ਸਕਦਾ ਸਮਾਂ ਹੋਵੇ when we will lack things. ਹਾਂ ਸਾਡੇ 'ਚ ਘਾਟਾ ਵੀ ਹੋਵੇ। And we need to readjust our lifestyle. ਉਸ ਵੇਲੇ ਸਾਨੂੰ ਆਪਣੇ ਜੀਵਨ ਬਦਲਣਾ ਜਿਸ ਵੇਲੇ ਸਾਡੇ ਜੀਵਨ 'ਚ ਕੁਝ ਸਾਰਾ ਕੁਝ ਨਾ ਹੋਵੇ। Cut back on things to make ends meet. ਹਾਂ ਜ਼ਰੂਰ ਰਹਿ ਕੇ ਕਈ ਚੀਜ਼ਾਂ ਦੇ ਵਿੱਚ ਅਸੀਂ ਨਫਾ ਕਰਨਾ ਸਿੱਖ ਲਈਏ। Times when we will lack. ਹਾਂ ਜ਼ਰੂਰ ਹੈ ਕਿ ਸਾਡੇ 'ਚ ਘਾਟਾ ਹੋਊ। Paul says at the end of verse 12, 12ਵੀਂ ਅਧ 'ਚ ਆਖਰ 'ਚ ਕਹਿੰਦਾ he says, I have learned both to be full and to be hungry, both to abound and to suffer need. ਹਾਂ ਕੀ ਵਧਣਾ ਕੀ ਥੋੜਨਾ ਮੈਂ ਸਾਰੀਆਂ ਗੱਲਾਂ ਦੇ ਭੇਦ ਪਾਇਆ ਹੈ। And then he goes on to say this. ਫਿਰ ਬਾਅਦ ਵਿੱਚ ਕੀ ਕਹਿੰਦਾ? He says, no matter where I am in the world. ਭਾਵੇਂ ਦੁਨੀਆ ਦੇ ਵਿੱਚ ਕਿੱਥੇ ਵੀ ਹੋਵਾਂ। The second part of verse 12. Varmia da Everywhere and in all things. ਸਾਰੀਆਂ ਗੱਲਾਂ ਦਾ ਭੇਦ ਪਾਇਆ ਹੈ। And in verse 11. 11ਵੀਂ In whatever state I am in. ਜਿਹੋ ਜੀ ਹਾਲਤ ਦੇ ਵਿੱਚ ਮੈਂ ਹਾਂ। Whether I'm abased, whether I abound. ਚਾਹੇ ਮੈਂ ਘਾਟੇ 'ਚ ਚਾਹੇ ਮੈਂ ਵਾਧੇ 'ਚ ਹਾਂ। Whether I'm full, whether I'm hungry. ਚਾਹੇ ਮੈਂ ਭੁੱਖਾ ਹਾਂ ਜਾ ਕੇ ਮੈਂ Whether ਭਰਿਆ ਹੋਇਆ। I suffer need.
ਚਾਹੇ ਮੇਰੀਆਂ ਲੋੜਾਂ ਪੂਰੀਆਂ ਨਹੀਂ ਹੋਈਆਂ, none of these things affect my contentment in the Lord. ਜੋ ਕੁਝ ਪ੍ਰਭੂ ਦੇ ਵਿੱਚ ਮੈਂ ਸੰਤੋਖ ਪਾਇਆ, ਇਹੋ ਜਿਹੀਆਂ ਚੀਜ਼ਾਂ ਦਾ ਮੇਰੇ ਉੱਤੇ ਅਸਰ ਨਹੀਂ ਹੁੰਦਾ, Because I've learned, ਕਿਉਂਕਿ ਮੈਂ ਸਿੱਖ ਲਿਆ ਹੈ whatever my circumstances, ਜਿਹੋ ਜਿਹੀ ਮੇਰੀ ਹਾਲਤ ਹੈਗੀ ਉਹਦੇ ਵਿੱਚ ਮੈਂ ਸੰਤੋਖ ਕਰਨਾ ਸਿੱਖ ਲਿਆ। I am still content. ਹੁਣ ਵੀ ਮੈਂ ਸੰਤੋਖ ਵਿੱਚ ਹਾਂ। And of course we know Paul believed in the fact that God is sovereign ਉਹ ਵਿਸ਼ਵਾਸ ਕਰਦਾ ਸੀਗਾ ਕਿ ਪਰਮੇਸ਼ਵਰ ਮਹਾਨ ਹੈ, over all circumstances. ਸਾਰੀਆਂ ਹਾਲਤਾਂ ਦੇ ਉੱਤੇ ਉਹ ਪਰਮੇਸ਼ਵਰ And ਹੈ। whatever we go through, He will bring His purposes to pass in our lives. He has a purpose in it. ਜਿਹੋ ਜਿਹੀ ਹਾਲਤ ਦੇ ਵਿੱਚ ਅਸੀਂ ਲੰਘਦੇ ਹਾਂ, ਪਰਮੇਸ਼ਵਰ ਆਪਣੀ ਮਹਾਨਤਾ ਦੇ ਵਿੱਚ ਹੋ ਕੇ ਸਾਡੇ ਵਿੱਚ ਸੰਤੋਖ ਲੈ ਕੇ And ਆਉਂਦਾ। therefore we can be content. ਹਾਂ, ਫਿਰ ਇਸ ਕਾਰਨ ਅਸੀਂ ਪਰਮੇਸ਼ਵਰ ਵਿੱਚ ਸੰਤੋਖ ਹੋ ਸਕਦੇ ਹਾਂ। But this is hard, isn't it? ਔਖਾ ਸਾਡੇ ਵਾਸਤੇ, We struggle with it. ਮੁਸ਼ਕਲ ਲੱਗਦੀ। What was Paul's secret? ਪੌਲਸ ਦਾ ਭੇਦ ਕੀ ਸੀ? How did he do it? ਉਹਨੇ ਕਿਸ ਤਰ੍ਹਾਂ ਸੰਤੋਖ ਪਾਇਆ? Thirdly, then, ਤੀਸਰੀ ਗੱਲ, we are to be content through Christ who strengthens us. ਜ਼ਰੂਰ ਹੈ ਕਿ ਅਸੀਂ ਸੰਤੋਖ ਹੋਈਏ ਪ੍ਰਭੂ ਯੀਸ਼ੂ ਮਸੀਹ ਦੇ ਦੁਆਰਾ ਜਿਹੜਾ ਸਾਨੂੰ ਤਕੜੇ ਕਰਦਾ So we ਹੈ। come to this famous verse, verse 13. 13ਵੀਂ ਆਇਤ ਜਿਹੜੀ ਬਹੁਤ ਮਸ਼ਹੂਰ ਹੈ, I can do all things through Christ who strengthens me. ਉਹਦੇ ਵਿੱਚ ਜੋ ਮੈਨੂੰ ਬਲ ਦਿੰਦਾ ਹੈ ਮੈਂ ਸਭ ਕੁਝ ਕਰ ਸਕਦਾ One of the ਹਾਂ। most misquoted verses in the Bible. ਬਾਈਬਲ ਦੇ ਵਿੱਚ ਇਹ ਜਿਹੜੀ ਆਇਤ ਹੈਗੀ ਹੈ ਮਸ਼ਹੂਰ ਹੈਗੀ ਹੈ, ਪਰ ਗਲਤ ਇਸਤੇਮਾਲ ਕੀਤਾ A ਜਾਂਦਾ। boxer, Evander Holyfield, used to have it on his robe when he used to go into a boxing match. ਬਾਕਸਿੰਗ ਮੈਚ ਦੇ ਵਿੱਚ ਕੌਣ ਸੀ? Evander Holyfield. ਹੌਲੀਫੀਲਡ ਬੰਦੇ ਦਾ ਨਾਂ ਸੀਗਾ, ਬਾਕਸਰ ਸੀਗਾ, ਉਹਦੇ ਉੱਤੇ ਇਹ ਲਿਖਿਆ ਹੁੰਦਾ ਸੀਗਾ। And what he was saying is, I can do all things through Christ who strengthens me. I can knock the block of my opponent through Christ who strengthens ਉਹ me. ਕੀ ਕਹਿੰਦਾ ਸੀਗਾ ਜਾ ਕੇ ਜਿਸ ਵੇਲੇ ਬਾਕਸਿੰਗ ਕਰਨੀ ਸੀਗੀ, ਉਹ ਕਹਿੰਦਾ ਸੀਗਾ ਇਹ ਲਿਖਿਆ ਹੋਇਆ ਸੀਗਾ ਕਿ ਹਾਂ ਕਿ ਜਿਹੜਾ ਮੇਰੇ ਖਿਲਾਫ ਜੇ ਨਾ ਬਾਕਸ ਕਰਨੀ ਹੈਗੀ ਆ, ਉਹਦੇ ਦੁਆਰਾ ਉਹ ਪ੍ਰਭੂ ਦੇ ਵਿੱਚ ਹੋ ਕੇ ਮੈਂ ਉਹਦੇ ਉੱਤੇ ਜਿੱਤ ਪਾ ਸਕਾਂ। That's not what this means. ਇਹਦਾ ਮਤਲਬ ਇਹ ਨਹੀਂ ਹੈ। In other Christian circles, ਤੇ ਦੂਸਰੇ ਵਿਸ਼ਵਾਸੀ ਲੋਕਾਂ ਦੇ this ਵਿੱਚ is the way people treat this verse. ਇਸ ਆਇਤ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੇ ਆ। You know, I have goals and ambitions in life. ਜੀਵਨ ਦੇ ਵਿੱਚ ਮੇਰੇ ਨਿਸ਼ਾਨੇ ਹਨ, ਮੈਂ ਜਿਹੜੇ ਸਾਰੇ ਪੂਰੇ ਕਰਨੇ ਹਨ। I have certain aspirations. ਹਾਂ ਕਿ ਮੇਰੇ ਕੋਲ ਬਹੁਤ ਸਾਰੇ ਖਿਆਲ ਹਨ ਕਿ ਮੈਂ ਆ ਕਰ ਸਕਦਾ, That'll make me happy. ਜਿਹਦੇ ਦੁਆਰਾ ਮੈਂ ਖੁਸ਼ ਹੋ ਸਕਦਾ। And people use this as a mantra. ਇੱਕ ਮੰਤਰਾਂ ਦੀ ਤਰ੍ਹਾਂ ਇਹ ਇਸਤੇਮਾਲ ਕਰਦੇ ਹਨ। And they say, you know, I can do all things through Christ who strengthens me. ਮੈਂ ਮਸੀਹ ਦੇ ਵਿੱਚ ਹੋ ਕੇ ਸਭ ਕੁਝ ਕਰ ਸਕਦਾ ਜਿਹੜਾ ਮੈਨੂੰ ਤਕੜਾ ਕਰਦਾ ਹੈ। It's a motivational quote. ਉਹ ਇਹ ਆਇਤ ਨੂੰ ਇਸ ਤਰ੍ਹਾਂ ਕਰਦੇ ਹੈ ਕਿ ਇਸ ਆਇਤ ਨੂੰ ਲੈ ਕੇ ਆਪਣੇ ਉੱਤੇ ਲਾਉਂਦੇ ਆ ਕਿ ਜਿਹਦੇ ਦੁਆਰਾ ਉਹ ਗਾਂਹ ਵਧਣ। God's going to make me successful in life. ਉਹ ਇਸ ਇਸਤੇਮਾਲ ਕਰਦੇ ਆ ਕਿ ਹਾਂ ਕਿ ਪਰਮੇਸ਼ਵਰ ਮਸੀਹ ਦੇ ਵਿੱਚ ਹੋ ਕੇ ਮੈਨੂੰ ਗਾਂਹ ਕਾਮਯਾਬੀ ਕਰੇਗਾ। God's going to help me to fulfill my ambitions. God, I can do everything through Christ who strengthens me. ਹਾਂ ਕਿ ਮਸੀਹ ਦੇ ਦੁਆਰਾ ਮੈਂ ਸਭ ਕੁਝ ਕਰ ਸਕਦਾ ਕਿ ਉਹ ਮੈਨੂੰ ਤਾਕਤ ਦਿੰਦਾ, ਪਰਮੇਸ਼ਵਰ ਮੇਰੇ ਵਿੱਚ ਹੋ ਕੇ ਜੋ ਮੇਰੇ ਜਿਹੜੀਆਂ ਚਾਹਾਂ ਹੈਗੀਆਂ ਉਹ ਪੂਰੀਆਂ ਕਰੂ। Never mind what God's will is. ਪਰ ਪਰਮੇਸ਼ਵਰ ਦੀ ਮਰਜ਼ੀ ਉਹ ਨਹੀਂ ਜਾਣਦੇ। We use this as a motivation to help me get what I want to get. ਇਸ ਆਇਤ ਨੂੰ ਇਸ ਤਰ੍ਹਾਂ ਇਸਤੇਮਾਲ ਕਰਦੇ ਆ ਕਿ ਮੈਂ ਇਸ ਆਇਤ ਨੂੰ ਲੈ ਕੇ ਆਪਣੇ ਉੱਤੇ ਲਾਵਾਂ ਕਿ ਜੋ ਮੈਨੂੰ ਚਾਹੀਦਾ ਹੈਗਾ ਮਿਲ ਜਾਊ। Rather than being godly and humble and Christ-like. ਇਹਦੇ ਬਜਾਏ ਕਿ ਅਸੀਂ ਆਪਣੇ ਆਪ ਨੂੰ ਹਲੀਮ ਕਰੀਏ, ਮਸੀਹ ਵਰਗੇ ਹੋਈਏ। These words are the secret to Paul's success of contentment. ਇਹ ਲਫ਼ਜ਼ ਜਿਹੜੇ ਹੈ ਇਹ ਭੇਦ ਵਾਲੇ ਲਫ਼ਜ਼ ਹਨ ਜਿਹਦੇ ਦੁਆਰਾ ਪੌਲਸ ਨੇ ਸਿੱਖ ਲਿਆ ਸੀਗਾ ਸੰਤੋਖ ਪਾਉਣੇ ਦੇ ਵਿੱਚ। He's saying, whatever circumstances I face, ਉਹ ਕਹਿੰਦਾ ਕਿ ਭਾਵੇਂ ਮੇਰੇ ਮੋਰੇ ਕਿਹੋ ਜਿਹੀਆਂ ਵੀ ਹਾਲਤਾਂ ਆਉਣ, whether I'm abased, whether I abound, ਚਾਹੇ ਮੈਂ ਘਾਟੇ ਵਿੱਚ ਹਾਂ ਚਾਹੇ ਵਾਧੇ ਵਿੱਚ ਹਾਂ, it is Christ. ਉਹ ਮਸੀਹ ਹੈ, It's through Him ਉਹਦੇ ਦੁਆਰਾ ਹੀ ਹੈ that I am content. ਜਿਹਦੇ ਵਿੱਚ ਪ੍ਰਭੂ ਯੀਸ਼ੂ ਮਸੀਹ ਦੇ ਵਿੱਚ ਹੋ ਕੇ ਇਹ ਸੰਤੋਖ ਪਾ ਸਕਦਾ। It's Him who strengthens me. ਪ੍ਰਭੂ ਯੀਸ਼ੂ ਮਸੀਹ ਹੀ ਹੈ ਜਿਹੜਾ ਕਿ ਮੈਨੂੰ ਤਕੜਾ ਕਰਦਾ, It's ਮਜ਼ਬੂਤ Him who ਕਰਦਾ। sustains me, ਉਹ ਹੀ ਮੈਨੂੰ ਸੰਭਾਲ ਕੇ ਰੱਖਦਾ। regardless of my circumstances. ਭਾਵੇਂ ਕਿਹੋ ਜਿਹੀਆਂ ਮੇਰੀਆਂ ਹਾਲਤਾਂ ਹੋਣ, ਪਰਮੇਸ਼ਰ ਸੰਭਾਲ ਕੇ ਰੱਖਦਾ। And whatever Paul went through, ਭਾਵੇਂ ਪੌਲਸ ਕਿਹੋ ਜਿਹੀ ਵੀ ਹਾਲਤ ਦੇ ਵਿੱਚ ਲੰਘ it's ਕੇ ਗਿਆ not ਹੋਵੇ, him who did it. ਉਹ ਨਹੀਂ ਸਕੇ ਕਿ ਪੌਲਸ ਨੇ ਆਪ ਸਭ ਕੁਝ ਕਰ ਲਿਆ। It's Christ that worked through him and empowered him and strengthened him. ਮਸੀਹ ਹੀ ਹੈ ਜਿਹੜਾ ਕਿ ਉਹਦੇ ਵਿੱਚ ਹੋ ਕੇ ਸਭ ਕੁਝ ਕਰਦਾ ਸੀਗਾ, ਉਹ ਹੀ ਉਹਨੂੰ ਤਕੜਾ ਕਰਦਾ ਸੀਗਾ, ਮਜ਼ਬੂਤ ਕਰਦਾ ਸੀ, To keep him content ਤਾਂ ਕਿ ਉਹ ਸੰਤੋਖ ਦੇ ਵਿੱਚ ਬਣਿਆ ਰਵੇ। and to keep him godly
ਉਹਨੂੰ ਇਹ ਵੀ ਰੱਖੇ ਕਿ ਹਾਂ ਕਿ ਉਹ ਭਗਤੀ ਕਰਨ ਵਾਲਾ ਹੋਵੇ, To ਪਰਮੇਸ਼ਰ keep ਦੇ ਨਾਲ him ਚੱਲਣਾ ਹੋਣਾ, sweet and not become bitter through the ਉਹ circumstances. ਮਿੱਠਾ ਹੋ ਕੇ ਰਵੇ, ਇਹ ਨਾ ਹੋਵੇ ਕਿ ਹਾਂ ਕਿ ਆਪਣੇ ਦਿਲ ਦੇ ਵਿੱਚ ਉਹਦੇ 'ਚ ਕਰਤਣ ਆ ਜਾਵੇ। He could do all things through Christ who strengthened him. ਹਾਂ, ਮਸੀਹ ਦੇ ਵਿੱਚ ਹੋ ਕੇ ਉਹ ਸਭ ਕੁਝ ਕਰ ਸਕਦਾ ਸੀਗਾ ਜਿਹਨੇ ਉਹਨੂੰ ਤਕੜਾ ਕੀਤਾ, ਮਜ਼ਬੂਤ So ਕੀਤਾ। whatever our circumstances, ਕਿਹੋ ਜਿਹੀ ਵੀ ਸਾਡੀ ਹਾਲਤ ਹੋਵੇ, whatever we face, ਕਿਹੋ ਜਿਹੀ ਚੀਜ਼ ਦਾ ਅਸੀਂ ਸਾਹਮਣਾ ਕਰੀਏ, whether we're abased, whether we abound, ਚਾਹੇ ਅਸੀਂ ਘਾਟੇ 'ਚ ਹੋਈਏ ਚਾਹੇ ਵਾਧੇ 'ਚ ਹੋਈਏ, what is the secret of contentment? ਭੇਦ ਕੀ ਹੈ ਇਹਦਾ? The secret is Christ. ਭੇਦ ਇਹ ਆ, ਭੇਦ ਪ੍ਰਭੂ ਯੀਸ਼ੂ ਮਸੀਹ ਹੈ। Christ who indwells us by his Spirit, ਪ੍ਰਭੂ ਯੀਸ਼ੂ ਮਸੀਹ ਜਿਹੜਾ ਆਪਣੇ ਆਤਮਾ ਦੇ ਦੁਆਰਾ ਸਾਡੇ ਵਿੱਚ ਵਾਸ ਕਰਦਾ, who gives us contentment. ਜਿਹੜਾ ਸਾਨੂੰ ਸੰਤੋਖ ਸਾਡਾ ਪੂਰਾ ਕਰਦਾ। It's something we have to learn. ਇਸ ਜ਼ਰੂਰ ਹੈ ਕਿ ਅਸੀਂ ਵੀ ਇਹ ਸਿੱਖੀਏ। Paul said, I learned. ਪੌਲਸ ਕਹਿੰਦਾ ਕਿ ਮੈਂ ਸਿੱਖ ਲਿਆ। So think of it. ਇਸ ਤਰ੍ਹਾਂ ਸੋਚੋ, Suddenly something happens. ਇੱਕਦਮ ਤੁਹਾਡੇ ਨਾਲ Your ਕੁਝ ਹੋਇਆ, circumstances change. Your ਇਹ circumstances. ਤੁਹਾਡੀ ਹਾਲਤ ਜਿਹੜੀ ਹੈ ਇੱਕਦਮ ਬਦਲ ਗਈ। We all react differently according to our personality. ਜਿਹੋ ਜਿਹਾ ਸਾਡਾ ਸੁਭਾਅ ਹੈਗਾ ਉਸ ਤਰੀਕੇ ਦੇ ਨਾਲ ਅਸੀਂ ਉਹ ਸਾਹਮਣਾ ਕਰਦੇ ਹਾਂ। We weren't prepared for this. ਤੇ ਅਸੀਂ ਤਿਆਰ ਨਹੀਂ ਸੀ ਉਹਦੇ ਗੱਲੇ। What do we need to do? ਸਾਨੂੰ ਕੀ ਕਰਨਾ ਪੈਣਾ? We need to turn to Christ. ਜ਼ਰੂਰ ਹੈ ਕਿ ਉਸ ਹਾਲਤ ਜਿਹੜੀ ਇੱਕਦਮ ਆ ਗਈ ਆ, ਮਸੀਹ ਵੱਲ ਮੁੜੀਏ, To trust in him. ਉਹਦੇ ਉੱਤੇ ਭਰੋਸਾ ਰੱਖਦੇ ਹੋਏ To know that his grace is sufficient. ਅਸੀਂ ਜਾਣ ਲਈਏ ਕਿ ਹਾਂ ਕਿ ਉਹਦੀ ਜਿਹੜੀ ਕਿਰਪਾ ਸਾਡੇ ਵਾਸਤੇ ਕਾਫੀ ਆ। And then learn to be content where the Lord puts us and where he keeps, whether we're abased, whether we abound. ਅਸੀਂ ਪੌਲਸ ਵਾਂਗੂ ਸਿੱਖ ਲਈਏ ਕਿ ਹਾਂ ਕਿ ਜਿੱਥੇ ਪ੍ਰਭੂ ਯੀਸ਼ੂ ਮਸੀਹ ਸਾਨੂੰ ਰੱਖਦਾ, ਚਾਹੇ ਅਸੀਂ ਵਾਧੇ 'ਚ ਹੋਈਏ ਘਾਟੇ 'ਚ ਹੋਈਏ, ਅਸੀਂ ਉਹਦੇ ਵਿੱਚ ਸੰਤੋਖ ਕਰਨਾ ਸਿੱਖ ਲਈਏ। Whether we have little, whether we have a lot. ਚਾਹੇ ਸਾਡੇ ਕੋਲ ਥੋੜਾ ਹੈ ਜਾਂ ਬਹੁਤਾ ਹੈ। Let me close by telling you a story. ਕਹਾਣੀ ਦੱਸਦਾ ਹੋਇਆ ਮੈਂ ਮੀਟਿੰਗ ਬੰਦ ਕਰਾਂਗਾ। Now, listen carefully to this story, ਇਸ ਕਹਾਣੀ ਨੂੰ ਤੁਸੀਂ ਹੁਸ਼ਿਆਰੀ ਨਾਲ ਸੁਣਨਾ। because to understand it, you have to think. ਜ਼ਰੂਰ ਹੈ ਕਿ ਇਹਨੂੰ ਸਮਝਣ ਦੇ ਲਈ ਸੋਚਣਾ ਪੈਣਾ। Let's see if you can understand it. ਦੇਖੀਏ ਤੁਹਾਨੂੰ ਸਮਝ ਆਉਂਦੀ। There were two Christian ladies. ਦੋ ਕ੍ਰਿਸਚੀਅਨ ਭੈਣਾਂ ਸੀਗੀਆਂ They were stitching their husbands' jeans, trousers. ਜਿਹੜੇ ਉਹਨਾਂ ਦੇ ਪਤੀ ਸੀ, ਉਹਨਾਂ ਨੇ ਜੀਨ ਦੀਆਂ ਪੈਂਟਾਂ ਪਾਈਆਂ ਹੋਈਆਂ ਸੀ। The first wife said, "You know, my husband is so miserable. ਉਹਨੇ ਕਿਹਾ ਕਿ ਜਿਹੜਾ ਮੇਰਾ ਪਤੀ, ਇੱਕ ਨੇ ਕਿਹਾ ਕਿ ਮੇਰਾ ਪਤੀ ਤਾਂ ਬਹੁਤ ਉਦਾਸ ਹੀ He ਰਹਿੰਦਾ ਹਰ is ਵੇਲੇ, never ever content. ਕਦੀ ਵੀ ਉਹ ਸੰਤੋਖ ਦੇ ਵਿੱਚ ਨਹੀਂ He's ਰਹਿੰਦਾ, always complaining. ਹਰ ਵੇਲੇ ਸ਼ਿਕਾਇਤ ਕਰਦਾ। He complains at home, he complains about his work, he complains about the children. ਬੱਚਿਆਂ ਦੇ ਬਾਰੇ ਸ਼ਿਕਾਇਤ ਕਰਦਾ, ਘਰ ਦੇ ਵਿੱਚ ਸ਼ਿਕਾਇਤ ਕਰਦਾ, ਕੰਮ ਦੀ ਸ਼ਿਕਾਇਤ ਕਰਦਾ। We go to church, ਚਰਚ ਜਾਂਦੇ ਆ he complains about the pastor's sermon. ਤੇ ਪਾਸਵਾਨ ਜਿਹੜਾ ਪੈਗਾਮ ਪੇਸ਼ ਕਰਦਾ ਉਹਦੇ ਬਾਰੇ He ਸ਼ਿਕਾਇਤ complains ਕਰਦਾ। about everything. ਹਰੇਕ ਚੀਜ਼ ਲਈ ਸ਼ਿਕਾਇਤ ਕਰਦਾ ਸੀ, He's never content. ਹਰ ਵੇਲੇ ਉਹ ਸੰਤੋਖ ਦੇ ਵਿੱਚ ਨਹੀਂ ਸੀ। The second wife said this, ਦੂਸਰੀ ਪਤਨੀ ਨੇ ਕਿਹਾ, "My husband, he has it hard at work. My husband has it hard at work. ਜਿਹੜਾ ਮੇਰਾ ਪਤੀ ਆ ਉਹਨੂੰ ਔਖਾ ਕੀਤਾ ਜਾਂਦਾ ਕੰਮ ਤੇ, But he doesn't complain. ਪਰ ਉਹ ਸ਼ਿਕਾਇਤ ਨਹੀਂ ਕਰਦਾ। The kids sometimes give him a hard time, ਜਿਹੜੇ ਬੱਚੇ ਹੈਗੇ ਉਹ ਵੀ ਉਹਨੂੰ ਤੰਗ ਕਰਦੇ ਆ, but he gets on with things. ਤਾਂ ਪਰ ਉਹ ਜਿਸ ਕੰਮ 'ਚ ਲੱਗਾ ਹੈ ਉਹ 'ਚ ਲੱਗਾ ਰਹਿੰਦਾ। I sometimes nag him, ਤੇ ਮੈਂ ਵੀ ਕਹਿੰਦੀ ਉਹ ਕਈ ਵਾਰੀ ਉਹਦੇ ਤੇ ਬਹੁਤ ਮੁਸ਼ਕਲ ਕਰ ਦਿੰਦੀ ਉਹਦਾ but ਜੀਣਾ, he's nice about it. ਪਰ ਉਹ ਫੇਰ ਵੀ ਉਹ ਖੁਸ਼ ਰਹਿੰਦਾ ਇਹਦੇ ਵਿੱਚ। He does what he can. He is very content. ਉਹ ਸੰਤੋਖ ਦੇ ਸੱਤੇ ਸੰਤੋਖ ਦੇ ਵਿੱਚ ਹੈ, ਜੋ ਕੁਝ ਉਹ ਕਰ ਸਕਦਾ He ਉਹ ਕਰਦਾ। enjoys his job even though it's tough. ਔਖਾ ਕੰਮ ਹੈਗਾ ਆ, ਪਰ ਉਹ ਕੰਮ ਦੇ ਵਿੱਚ ਖੁਸ਼ ਹੈ। He enjoys family life. ਉਹ ਪਰਿਵਾਰ ਦੇ ਵਿੱਚ ਖੁਸ਼ ਹੈ। We go to church, ਅਸੀਂ ਚਰਚ ਦੇ ਵਿੱਚ ਜਾਂਦੇ and ਹਾਂ। even if the sermon is really poor, ਜਿਹੜਾ ਕਿ ਪੈਗਾਮ ਜਿਹੜੇ ਸੁਣਾਇਆ ਜਾਂਦਾ, ਭਾਵੇਂ ਉਹ ਇਹਨਾਂ ਚੰਗਾ ਨਹੀਂ ਸੁਣਾਇਆ, he'll take out of it what he can for himself. ਪਰ He's content. ਜੋ ਕੁਛ ਉਹਨੇ ਪਾਸਵਾਨ ਨੇ ਸੁਣਾਇਆ ਉਹਦੇ ਚ ਸੁਣਿਆ, ਜਿਹੜੀਆਂ ਚੰਗੀਆਂ ਗੱਲਾਂ ਲੱਗੀਆਂ ਉਹਨੇ ਉਹ ਲੈ ਲਈਆਂ। Then the women carried on stitching. ਫਿਰ ਉਹ ਆਪਣਾ ਕੰਮ ਕਰਦੀਆਂ ਰਹੀਆਂ, ਜਿਹੜੀ ਕਿ ਉਹ ਬੁਣਦੇ ਸੀਂਦੀਆਂ ਸੀਗੀਆਂ, ਸੀਨ The ਸੀਨ ਚ first ਲੱਗੀਆਂ ਰਹੀਆਂ। woman, ਪਹਿਲੀ ਔਰਤ ਜਿਹੜੀ ਸੀ, whose husband was discontent, ਜਿਹੜਾ ਕਿ ਸੰਤੋਖ ਦੇ ਵਿੱਚ ਨਹੀਂ ਸੀ, sewed the back of her husband's trousers. ਫਿਰ ਉਹਨੇ ਆਪਣੀ ਉਹਦੇ ਪਤੀ ਦੀ ਜਿਹੜੀ ਪਿੱਛੇ ਉਹਨੇ ਆਪਣੀ ਪੈਂਟ ਦੇਖੀ ਉਹਦੇ ਪਤੀ There was ਦੀ, a tear in there. There was a patch. ਉਹਦੇ ਵਿੱਚ ਇੱਕ ਕੀ ਕਹਿੰਦੇ ਉਹਨੂੰ ਕੱਪੜਾ ਲਾਇਆ ਹੋਇਆ ਸੀ ਹੋਰ। The second husband, who was content, ਜਿਹੜਾ ਸੰਤੋਖ ਵਿੱਚ ਸੀ, his wife ਉਸ ਪਤਨੀ ਨੇ sewed 2 patches on his knees. ਜਿਹੜੀ ਪਹਿਲੀ ਪਤਨੀ ਸੀ ਉਹਨੇ ਪਿੱਛੇ ਲਾਇਆ ਸੀਗਾ ਵੀ ਕਿਸੇ ਨੂੰ ਦਿਸੇ ਨਾ, ਜਿਹੜੀ ਦੂਸਰੀ ਤੀਵੀਂ ਸੀਗੀ ਜਿਹੜਾ ਸੰਤੋਖ ਵਿੱਚ ਸੀ, ਉਹਨੇ ਮੋਹਲੇ ਗੋਡਿਆਂ ਦੇ ਉੱਤੇ 2 ਟਾਕੀਆਂ ਲਾਈਆਂ ਸੀ। Should I leave it there? ਇੱਥੇ ਰਹਿਣ ਦੇਵਾਂ? Do you understand it? ਕੀ ਤੁਸੀਂ ਸਮਝਦੇ ਆ?
The man who was discontent ਜਿਹੜਾ ਮਨੁੱਖ ਸੰਤੋਖ ਵਿੱਚ ਨਹੀਂ ਸੀ, complained because he just sat all day and complained and did nothing. That's why they needed a patch on the back. ਕਿਉਂਕਿ ਜਿਹੜਾ ਪਿੱਛੇ ਜਿਹੜਾ ਪੈਚ ਲਾਇਆ ਹੋਇਆ ਸੀਗਾ ਉਹ ਕੁਛ ਨਹੀਂ ਸੀ ਕਰਦਾ, ਬੈਠਾ ਹੋਇਆ ਸੀਗਾ, ਇਸ ਕਰਕੇ ਉਹ ਪੈਂਟ ਪਿੱਛੋਂ ਖਸ ਗਈ ਸੀ। The second husband, ਜਿਹੜਾ ਦੂਸਰਾ ਪਤੀ ਸੀ, he needed a patch on the knees. ਉਹਨੂੰ ਗੋਡਿਆਂ ਤੇ ਤਾਂ ਇਹ ਪੱਟੀਆਂ ਲਾਉਣੀਆਂ ਪਈਆਂ। Why? ਕਿਉਂ? Because he was working on his Because knees. he spent time in prayer on his knees. ਕਿਉਂਕਿ ਉਹਦੀ ਪੈਂਟ ਤਾਂ ਗੋਡਿਆਂ ਤੋਂ ਫਟੀ ਸੀ, ਤਾਂ ਪੈਚ ਉੱਤੇ ਲਾਏ ਸੀਗੇ, ਕਿਉਂਕਿ ਉਹਨੇ ਸਮਾਂ ਗੋਡਿਆਂ ਤੇ ਪ੍ਰਾਰਥਨਾ ਵਿੱਚ The ਗੁਜ਼ਾਰਿਆ। secret of his contentment ਜਿਹੜਾ ਉਹਦਾ ਸੱਤਿਆ ਸੰਤੋਖ ਇਸ ਕਾਰਨ ਸੀ, in whatever circumstances ਕਿਹੋ ਜਿਹੀਆਂ ਵੀ ਹਾਲਤਾਂ ਉਹਦੇ ਤੇ ਆਈਆਂ, was Christ. ਉਹ ਮਸੀਹ ਦੇ ਅੱਗੇ ਸੀ। I can ਪ੍ਰਾਰਥਨਾ do ਵਿੱਚ। all things through Christ. ਮਸੀਹ ਸੀ ਉਹਦੇ ਜੋ ਜੀਵਨ ਦੇ ਵਿੱਚ, ਤੇ ਉਹਦੇ ਵਿੱਚ ਇਹ ਸੀ ਕਿ ਹਾਂ ਕਿ ਮੈਂ ਕਰ ਸਕਦਾ ਜੋ ਮਸੀਹ ਦੇ ਜਿਹੜਾ ਕਿ ਮੈਨੂੰ ਤਾਕਤ ਦਿੰਦਾ, Who strengthens me. ਉਹਦੇ ਨਾਮ ਵਿੱਚ ਉਹ ਪ੍ਰਾਰਥਨਾ ਕਰਦਾ ਸੀ। Amen. Thank you for listening to this message. For further information, visit www.emmanuelhansworth.org.uk.